ਸ਼ਲੋਕ ਮਹਿਲਾ ਪਹਿਲਾ। ਨਾਨਕ ਇਹ ਤਨ ਜਾਲ ਜਿਨ ਜਲਿਐ ਨਾਮ ਵਿਸਾਰਿਆ, ਪੌਂਦੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੈ, ਤਿਤ ਨਿਵੰਧ ਹੈ ਤਾਲ। ਨਾਨਕ ਇਹ ਤਨ ਜਾਲ ਜਿਨ ਜਲਿਐ ਨਾਮ ਵਿਸਾਰਿਆ। ਇਸ ਜਲਿਐ ਸ਼ਬਦ ਨੂੰ ਜਲੀਏ ਨਹੀਂ ਬੋਲਣਾ, ਇਸ ਨੂੰ ਬੋਲਣਾ ਹੈ ਜਲਿਐ। ਜਲੀਏ ਤਾਂ ਬਣੇਗਾ ਜੇਕਰ ਇਸ ਲੱਲੇ ਦੇ ਨਾਲ ਬਿਹਾਰੀ ਲੱਗੀ ਹੋਵੇ। ਇੱਥੇ ਤਨ ਦਾ ਮਤਲਬ ਹੈ ਸਰੀਰ ਦਾ ਮੋਹ ਦੇ ਅਧਿਆਸ। ਜਲਿਆ ਦਾ ਮਤਲਬ ਸੜੇ ਹੋਏ ਨੇ, ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੋਏ ਨੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਇਹ ਨਾਨਕ, ਤ੍ਰਿਸ਼ਨਾ ਅੱਗ ਵਿੱਚ ਸੜੇ ਹੋਏ ਇਸ ਸਰੀਰ ਨੇ ਪ੍ਰਭੂ ਦੀ ਸਿਫਤ ਸਲਾਹ ਵਿਸਾਰ ਦਿੱਤੀ ਹੈ, ਰੱਬ ਦਾ ਹੁਕਮ ਵਿਸਾਰ ਦਿੱਤਾ ਹੈ। ਸੋ ਇਸ ਤਨ ਨੂੰ ਜਾਲ ਦਾ ਮਤਲਬ ਇਸ ਤਨ ਦਾ ਮੋਹ ਮੁਕਾ। ਇੱਥੇ ਤਨ ਨੂੰ ਸਾੜਨ ਦਾ ਮਤਲਬ ਇਹ ਨਹੀਂ ਕਿ ਤਨ ਨੂੰ ਜਲਾ ਦੇ, ਇੱਥੇ ਤਨ ਦਾ ਮਤਲਬ ਹੈ ਸਰੀਰ ਦਾ ਮੋਹ। ਸਰੀਰ ਦੇ ਮੋਹ ਨੂੰ ਸਾੜ, ਸਰੀਰ ਦੇ ਮੋਹ ਨੂੰ ਖਤਮ ਕਰ। ਕਿਉਂਕਿ ਇਸ ਮੋਹ ਦੇ ਕਾਰਨ, ਤ੍ਰਿਸ਼ਨਾ ਦੇ ਕਾਰਨ, ਇਹ ਸਰੀਰ ਵਿੱਚ ਰਹਿੰਦਿਆਂ ਹੋਇਆਂ ਬੰਦਾ ਪ੍ਰਭੂ ਦੇ ਗੁਣਾਂ ਨੂੰ, ਰੱਬੀ ਹੁਕਮ ਨੂੰ ਭੁਲਾ ਦਿੰਦਾ ਹੈ ਔਰ ਇਨਸਾਨੀਅਤ ਵਾਲੀ ਜ਼ਿੰਦਗੀ ਨੂੰ ਭੁਲਾ ਦਿੰਦਾ ਹੈ। ਭੁਲਾਉਂਦਾ ਗੁਣਾਂ ਨੂੰ ਉਦੋਂ ਹੈ, ਇਨਸਾਨੀਅਤ ਖਤਮ ਉਦੋਂ ਹੁੰਦੀ ਹੈ ਜਦੋਂ ਇਹਦੇ ਅੰਦਰ ਰੱਬੀ ਗੁਣ ਨਹੀਂ ਰਹਿੰਦੇ। ਔਰ ਮੋਹ ਔਰ ਸਵਾਰਥ ਦਾ ਬੱਝਾ ਹੋਇਆ ਇਨਸਾਨ ਰੱਬੀ ਗੁਣਾਂ ਨੂੰ ਭੁਲਾ ਬੈਂਦਾ ਹੈ, ਇਨਸਾਨੀਅਤ ਤੋਂ ਦੂਰ ਹੋ ਜਾਂਦਾ ਹੈ। ਇਸ ਦੇ ਅੰਦਰ ਸ਼ੁਭ ਗੁਣ ਨਹੀਂ ਰਹਿੰਦੇ, ਇਹਦੇ ਜੀਵਨ ਵਿੱਚ ਸ਼ਾਂਤੀ ਨਹੀਂ ਰਹਿੰਦੀ। ਇਸ ਲਈ ਗੁਰੂ ਜੀ ਕਹਿੰਦੇ ਨੇ ਤ੍ਰਿਸ਼ਨਾ ਦੇ ਅੰਦਰ ਸੜੇ ਹੋਏ ਤਨ ਦੇ ਮੋਹ ਨੂੰ ਖਤਮ ਕਰ, ਆਪਣੇ ਅੰਦਰੋਂ ਸੈਲਫਿਸ਼ਨੈਸ ਨੂੰ ਮੁਕਾ। ਅਗਲਾ ਬਚਨ ਕਰਦੇ ਨੇ, ਪੌਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ, ਤਿਤ ਨਿਵੰਧ ਹੈ ਤਾਲ। ਇੱਥੇ ਪਰਾਲ ਦਾ ਮਤਲਬ ਹੈ ਪਰਾਲੀ। ਜਦੋਂ ਅਸੀਂ ਝੋਨਾ ਬੀਜਦੇ ਆ ਨਾ, ਤਾਂ ਝੋਨੇ ਨੂੰ ਜਦੋਂ ਫੰਡ ਲਈਦਾ, ਚਾਵਲ ਵੱਖਰੇ ਹੋ ਜਾਂਦੇ ਨੇ, ਪਿੱਛੇ ਜੋ ਫੂਸ ਬਚਦਾ ਹੈ ਉਹਨੂੰ ਕਿਹਾ ਜਾਂਦਾ ਹੈ ਪਰਾਲੀ। ਪੌਂਦੀ ਜਾਏ ਦਾ ਮਤਲਬ ਪੈਂਦੀ ਜਾ ਰਹੀ ਹੈ, ਪਿੱਛੇ ਦਾ ਮਤਲਬ ਬਾਅਦ ਵਿੱਚ, ਹੱਥ ਨਾ ਅੰਬੜੇ, ਅੰਬੜੇ ਦਾ ਮਤਲਬ ਅੱਪੜਨਾ, ਪਹੁੰਚਣਾ। ਪੌਂਦੀ ਜਾਏ ਦਾ ਮਤਲਬ ਪੈਂਦੀ ਜਾ ਰਹੀ ਹੈ। ਨਿਵੰਧੇ ਦਾ ਮਤਲਬ ਨੀਵਾਂ, ਜੋ ਤ੍ਰਿਸ਼ਨਾ ਦੇ ਕਾਰਨ ਨੀਵਾਂ ਗਿਰਾਵਟ ਵਾਲੀ ਸੋਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਸ਼ਨਾ ਦੇ ਕਾਰਨ ਗਿਰਾਵਟ ਵਿੱਚ ਆਏ ਇਸ ਹਿਰਦੇ ਤਲਾਬ ਵਿੱਚ ਪਾਪਾਂ ਦੀ ਪਰਾਲੀ ਇਕੱਠੀ ਹੋ ਰਹੀ ਹੈ, ਤੇ ਇਸ ਨੂੰ ਬਾਹਰ ਕੱਢਣ ਲਈ, ਇਹਨਾਂ ਪਾਪਾਂ ਨੂੰ ਖਤਮ ਕਰਨ ਵਾਸਤੇ ਫਿਰ ਤੇਰਾ ਹੱਥ ਨਹੀਂ ਪਹੁੰਚੇਗਾ, ਤੇਰੀ ਪਹੁੰਚ ਨਹੀਂ ਜਾਏਗੀ, ਪੇਸ਼ ਨਹੀਂ ਜਾਣੀ ਮੁੜ ਕੇ। ਕਿ ਤ੍ਰਿਸ਼ਨਾ ਆਦਿਕ ਦੇ ਨਾਲ ਨੀਵੀਂ ਜਿਹੜੀ ਗਿਰਾਵਟ ਵਾਲੀ ਸੋਚ ਹੈ, ਉਸ ਸੋਚ ਦੇ ਅੰਦਰ ਪਾਪ ਇਕੱਠੇ ਹੋ ਰਹੇ ਨੇ, ਮੋਹ, ਵਿਕਾਰ, ਅਪਰਾਧ ਆਦਿਕ। ਤੇ ਜਦੋਂ ਇਹ ਪੱਕਾ ਸੁਭਾਅ ਬਣ ਗਿਆ ਪਾਪਾਂ ਅਪਰਾਧਾਂ ਵਾਲਾ, ਤਾਂ ਫਿਰ ਇਹਨਾਂ ਪਾਪਾਂ ਅਪਰਾਧਾਂ ਨੂੰ, ਤ੍ਰਿਸ਼ਨਾ ਨੂੰ, ਝੂਠ ਨੂੰ, ਫਰੇਬ ਨੂੰ ਬਾਹਰ ਕੱਢਣ ਲੱਗਿਆ ਫਿਰ ਤੇਰੀ ਪੇਸ਼ ਨਹੀਂ ਜਾਏਗੀ, ਤੇਰੀ ਜ਼ਿੰਦਗੀ ਦੇ ਅੰਦਰ ਦੁੱਖ ਔਰ ਅਸ਼ਾਂਤੀ ਪੈਦਾ ਹੋ ਜਾਏਗੀ। ਇਸ ਬਾਰੇ ਆਪਾਂ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਜੋ ਕੁਝ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਕੀ ਹੁੰਦਾ ਹੈ, ਸੰਸਕਾਰ ਪੈਦਾ ਹੋਈ ਜਾਂਦੇ ਨੇ। ਉਹ ਸੰਸਕਾਰ ਜਿਵੇਂ ਜਿਵੇਂ ਅਸੀਂ ਉਹਨਾਂ ਨੂੰ ਦੁਹਰਾਉਂਦੇ ਹਾਂ, ਉਹ ਪੱਕੇ ਹੋਈ ਜਾਂਦੇ ਨੇ, ਸਾਡਾ ਸੁਭਾਅ ਬਣ ਜਾਂਦਾ ਹੈ, ਸਾਡੀ ਆਦਤ ਬਣ ਜਾਂਦੀ ਹੈ। ਫਿਰ ਉਸ ਆਦਤ ਮੁਤਾਬਕ ਹੀ ਬੰਦਾ ਬੋਲਦਾ ਹੈ, ਉਸ ਆਦਤ ਮੁਤਾਬਕ ਬੰਦਾ ਸੋਚਦਾ ਹੈ, ਉਸ ਆਦਤ ਮੁਤਾਬਕ ਬਣੇ ਹੋਏ ਸੁਭਾਅ ਮੁਤਾਬਕ ਹੀ ਬੰਦਾ ਬਿਹੇਵੀਅਰ ਕਰਦਾ ਹੈ, ਕਰਮ ਕਰਦਾ ਹੈ। ਤੇ ਜੈਸੀ ਇਹਦੀ ਸੋਚ ਬਣ ਜਾਏਗੀ, ਜੈਸੇ ਅੰਦਰ ਨਿਊਰੋਨਲ ਪੈਟਰਨ ਬਣ ਗਏ, ਸੁਭਾਅ ਬਣ ਗਿਆ, ਵੈਸੇ ਹੀ ਕਰਮ ਕਰੇਗਾ ਔਰ ਵੈਸਾ ਹੀ ਫਿਰ ਇਹਨੂੰ ਫਲ ਸੁੱਖ ਜਾਂ ਦੁੱਖ ਦੇ ਰੂਪ ਵਿੱਚ ਮਿਲੇਗਾ। ਤੇ ਫਿਰ ਉਸ ਸੁਭਾਅ ਨੂੰ ਬਦਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇੰਪੋਸੀਬਲ ਤਾਂ ਨਹੀਂ ਹੈ, ਪਰ ਹਾਰਡ ਹੈ, ਮੁਸ਼ਕਲ ਹੈ। ਕਿੰਨੇ ਲੋਕ ਨੇ ਜੋ ਆਪਣੇ ਸੁਭਾਅ ਨੂੰ ਨਹੀਂ ਬਦਲ ਪਾ ਰਹੇ। ਕਿਤਨੀ ਦੁਨੀਆ ਹੈ ਜੋ ਧਰਮ ਸਥਾਨਾਂ ਤੇ ਜਾ ਰਹੀ ਹੈ, ਆਪੋ ਆਪਣੇ ਧਰਮ ਗ੍ਰੰਥਾਂ ਦਾ ਪਠਨ ਪਾਠਨ ਵੀ ਕਰ ਰਹੇ ਨੇ, ਇੰਨੀ ਸਾਰੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਜ਼ ਦੇ ਅੰਦਰ ਕਿੰਨੀ ਉੱਚ ਪੱਧਰ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਲੇਕਿਨ ਲੋਕ ਆਪਣੇ ਈਰਖਾ, ਵੈਰ ਵਿਰੋਧ ਵਾਲੇ ਸੁਭਾਅ ਨੂੰ ਨਹੀਂ ਨਾ ਬਦਲ ਸਕਦੇ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੈਲਫਿਸ਼ਨੈਸ ਨੂੰ ਖਤਮ ਕਰ, ਇਹਦੀ ਜੜ ਨੂੰ ਵੱਢ। ਜੇਕਰ ਤੂੰ ਐਸਾ ਨਾ ਕੀਤਾ ਤਾਂ ਪਾਪਾਂ ਦੀ ਪਰਾਲੀ ਤੇਰੇ ਅੰਦਰ ਪੈਂਦੀ ਜਾਏਗੀ, ਵਿਕਾਰ ਤੇਰੇ ਅੰਦਰ ਇਕੱਠੇ ਹੁੰਦੇ ਜਾਣਗੇ,
और फिर तेरी पेश नहीं जाएगी, तेरी जिंदगी ਵਿੱਚ ਦੁੱਖ ਅਸ਼ਾਂਤੀ ਹੋਵੇਗੀ और फिर तेरी पेश ਜਿਹੜੀ ਹੈ ਨਹੀਂ ਜਾਣੀ, ਫਿਰ ਮੁੜ ਕੇ ਇਹਨਾਂ ਨੂੰ ਤੂੰ ਖਤਮ ਨਹੀਂ ਕਰ ਪਾਏਗਾ। ਮਹਿਲਾ ਪਹਿਲਾ, ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ। ਮਨ ਕੇ ਕੰਮ, ਨਾਨਕ ਤੇ ਥੋੜਾ ਰੁਕ ਜਾਣਾ ਹੈ। ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ। ਫਿੱਟਿਆ ਦਾ ਮਤਲਬ ਫਿਟਕਾਰ ਯੋਗ, ਲਾਨਤ ਯੋਗ, ਯਾਨੀ ਮਾੜੇ ਮੰਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਮੇਰੇ ਮਨ ਦੇ ਤਾਂ ਇੰਨੇ ਮੰਦੇ ਕੰਮ ਨੇ, ਗਣਤ ਨਾ ਆਵਹੀ, ਇਹਨਾਂ ਦੀ ਗਿਣਤੀ ਨਹੀਂ ਹੁੰਦੀ। ਅਣਗਿਣਤ ਮੰਦੇ ਵਿਕਾਰ, ਮੰਦੇ ਸੰਸਕਾਰ ਮੇਰੇ ਮਨ ਦੇ ਅੰਦਰ ਨੇ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਕਿੰਨੇ ਸਾਰੇ ਸੰਸਕਾਰ ਨੇ, ਕਿੰਨੇ ਸਾਰੇ ਵਿਚਾਰ ਨੇ ਜੋ ਸਾਡੇ ਮਨ ਦੇ ਅੰਦਰ ਨੈਗੇਟਿਵ ਆਉਂਦੇ ਨੇ। ਔਰ ਨੈਗੇਟਿਵ ਵਿਚਾਰਾਂ ਦੀ ਕੋਈ ਗਿਣਤੀ ਹੈ? ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਸਾਰੇ ਨੈਗੇਟਿਵ ਵਿਚਾਰ ਸਾਡੀ ਜ਼ਿੰਦਗੀ ਦੇ ਅੰਦਰ ਆਈ ਜਾ ਰਹੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਜੋ ਬਹੁਗਿਣਤੀ ਲੋਕ ਨੇ, ਈਰਖਾ, ਦਵੇਸ਼, ਵੈਰ ਵਿਰੋਧ ਵਾਲੇ ਕਿੰਨੇ ਸਾਰੇ ਮਾੜੇ ਕਰਮ ਨੇ, ਫਿਟਕਾਰ ਯੋਗ ਨੇ, ਮਾੜੇ ਕਰਮ ਨੇ, ਮਾੜੇ ਸੰਸਕਾਰ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਇਤੀ ਲਹਾਂ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ। ਇੱਥੇ ਲਾਹਾ ਨਹੀਂ ਪੜਨਾ, ਲਾਹਾਂ ਬਿੰਦੀ ਲਗਾ ਕੇ, ਕਿਤੀ ਲਹਾਂ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ। ਕਿਤੀ ਦਾ ਮਤਲਬ ਕਿੰਨੇ ਹੀ, ਬਹੁਤ ਜ਼ਿਆਦੇ। ਸਹਮ ਦਾ ਮਤਲਬ ਹੈਗਾ ਸਹਿਮ, ਫਿਕਰ। ਕਿਤੀ ਦਾ ਮਤਲਬ ਕਿੰਨੇ ਹੀ, ਲਾਹਾਂ ਦਾ ਮਤਲਬ ਮੈਂ ਸਹਾਂਗਾ। ਪਤਾ ਨਹੀਂ ਮੈਨੂੰ ਕਿੰਨੇ ਕੁ ਦੁੱਖ ਸਹਿਣੇ ਪੈਣੇ ਨੇ। ਕਿਤੀ ਲਹਾਂ ਸਹਮ, ਜਿਹੜੇ ਅੰਦਰ ਹੁਣ ਵਿਕਾਰ ਨੇ, ਪਾਪ ਨੇ, ਅਪਰਾਧ ਨੇ, ਮਾੜੀ ਸੋਚ ਹੈ, ਨੈਗੇਟਿਵ ਥਿੰਕਿੰਗ ਹੈ, ਨਕਾਰਾਤਮਕ ਵਿਚਾਰ ਨੇ, ਉਹਨਾਂ ਕਰਕੇ ਮੈਨੂੰ ਬੜੇ ਸਹਿਮ ਸਹਾਰਨੇ ਪੈ ਰਹੇ ਨੇ, ਚਿੰਤਾ ਸਹਾਰਨੀ ਪੈ ਰਹੀ ਹੈ, ਡਰ ਸਹਾਰਨਾ ਪੈ ਰਿਹਾ ਹੈ। ਔਰ ਹਕੀਕਤ ਹੈ, ਇੱਕ ਅਟਲ ਸੱਚਾਈ ਹੈ ਕਿ ਜਿੰਨੀਆਂ ਵੀ ਚਿੰਤਾਵਾਂ ਨੇ, ਫਿਕਰ ਨੇ, ਡਰ ਨੇ, ਸਹਿਮ ਨੇ, ਸੰਸੇ ਨੇ, ਉਹ ਸਭ ਸਾਡੀ ਆਪਣੀ ਸੋਚ ਕਰਕੇ ਨੇ। ਇਨਸਾਨੀ ਨੈਗੇਟਿਵ ਸੋਚ ਕਰਕੇ ਨੇ, ਮਾੜੀ ਸੋਚ ਕਰਕੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਵਿਕਾਰਾਂ ਦੇ ਕਾਰਨ, ਮਾੜੇ ਸੁਭਾਅ ਦੇ ਕਾਰਨ, ਮਾੜੇ ਸੰਸਕਾਰਾਂ ਦੇ ਕਾਰਨ, ਨਕਾਰਾਤਮਕ ਸੋਚ ਦੇ ਕਾਰਨ, ਨਿਰਾਸ਼ਾਵਾਦੀ ਸੋਚ ਦੇ ਕਾਰਨ, ਪਾਪਾਂ ਵਾਲੀ ਸੋਚ ਦੇ ਕਾਰਨ ਮੈਨੂੰ ਬੜੇ ਦੁੱਖ ਸਹਾਰਨੇ ਪੈ ਰਹੇ ਨੇ, ਚਿੰਤਾਵਾਂ ਸਹਾਰਨੀਆਂ ਪੈ ਰਹੀਆਂ। ਕਿਵੇਂ ਬੰਦੇ ਦੀ ਜ਼ਿੰਦਗੀ ਦੇ ਅੰਦਰ ਡਿਪਰੈਸ਼ਨ ਦੀ ਬਿਮਾਰੀ ਵੱਧਦੀ ਚਲੀ ਜਾ ਰਹੀ। ਕਿੰਨੇ ਸਾਰੇ ਲੋਕ ਨੇ ਜੋ ਮਾਨਸਿਕ ਰੋਗਾਂ ਦੇ ਨਾਲ ਸ਼ਿਕਾਰ ਨੇ। ਕੋਈ ਕਿਸੇ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੋ ਗਿਆ, ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਤੇ ਕੋਈ ਨਿਊਰੋਸਥੀਨੀਆ ਦਾ ਸ਼ਿਕਾਰ ਹੋ ਗਿਆ ਹੈ। ਕਿਸੇ ਨੂੰ ਹੈਲੂਸੀਨੇਸ਼ਨ ਦੀ ਬਿਮਾਰੀ ਹੋ ਗਈ ਹੈ ਤੇ ਕੋਈ ਫੋਬੀਆ ਦਾ ਸ਼ਿਕਾਰ ਹੋ ਗਿਆ ਹੈ। ਔਰ ਹੋਰ ਕਿੰਨੇ ਸਾਰੇ ਮਾਨਸਿਕ ਰੋਗ ਬੰਦਾ ਸਹਿੜ ਬੈਠਾ ਹੈ ਕੇਵਲ ਆਪਣੀ ਨੈਗੇਟਿਵ ਥਿੰਕਿੰਗ ਕਰਕੇ। ਕਿਤੀ ਲਹਾਂ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ। ਹੁਣ ਇਹਨਾਂ ਤੋਂ ਬਚਿਆ ਕਿਵੇਂ ਜਾਏ? ਜਾਂ ਬਖਸ਼ੇ, ਜਦੋਂ ਪ੍ਰਭੂ ਆਪ ਬਖਸ਼ਦਾ ਹੈ ਤਾਂ ਫਿਰ ਉੱਥੋਂ ਧੱਕਾ ਨਹੀਂ ਮਿਲਦਾ, ਫਿਰ ਧੱਕਾ ਨਹੀਂ ਪਵੇਗਾ, ਫਿਰ ਉਹ ਦੁੱਖ ਨਹੀਂ ਸਹਾਰਨੇ ਪੈਣਗੇ ਜੇ ਪ੍ਰਭੂ ਬਖਸ਼ੇ। ਹੁਣ ਇਸ ਚੀਜ਼ ਨੂੰ ਸਮਝਣਾ, ਬਖਸ਼ੇਗਾ ਕਿਸ ਨੂੰ? ਜੋ ਪ੍ਰਭੂ ਦੀ ਸ਼ਰਨ ਵਿੱਚ ਆਏਗਾ। ਤੇ ਪ੍ਰਭੂ ਦੀ ਸ਼ਰਨ ਵਿੱਚ ਆਉਣ ਦਾ ਮੀਨਿੰਗ ਹੈ ਰੱਬੀ ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣਾ, ਰੱਬੀ ਰਜ਼ਾ ਦੇ ਵਿੱਚ ਤੁਰਨਾ, ਹੁਕਮ ਦੇ ਵਿੱਚ ਤੁਰਨਾ। ਤੇ ਜੋ ਹੁਕਮ ਅੰਦਰ ਚੱਲੇਗਾ, ਜੋ ਰੱਬੀ ਗੁਣਾਂ ਦਾ ਧਾਰ ਨਹੀਂ ਹੋਏਗਾ, ਤਾਂ ਫਿਰ ਉਹਨੂੰ ਇਹ ਧੱਕਾ ਨਹੀਂ ਸਹਾਰਨਾ ਪਵੇਗਾ, ਉਹ ਬਖਸ਼ਿਆ ਜਾ ਸਕਦਾ ਹੈ। ਮੀਨਸ ਕਿ ਅਸੀਂ ਜੇ ਆਪਣੀ ਜ਼ਿੰਦਗੀ ਨੂੰ ਚਾਹੀਏ ਤਾਂ ਬਦਲ ਸਕਦੇ ਹਾਂ, ਜੇ ਚਾਹੀਏ ਤਾਂ ਇਹਨਾਂ ਵਿਕਾਰਾਂ, ਪਾਪਾਂ, ਅਪਰਾਧਾਂ ਤੋਂ ਬਚ ਸਕਦੇ ਹਾਂ। ਜੇ ਕਿਤੇ ਐਸੀ ਹਾਲਾਤ ਬਣ ਗਈ ਹੈ ਜ਼ਿੰਦਗੀ ਵਿੱਚ, ਜੇ ਕਿਤੇ ਚਿੰਤਾ, ਫਿਕਰ ਆਦਿਕ ਦੇ ਸ਼ਿਕਾਰ ਹੋ ਗਏ ਆ, ਨੈਗੇਟਿਵਿਟੀ ਦੇ ਸ਼ਿਕਾਰ ਹੋ ਗਏ ਆ, ਤਾਂ ਅਸੀਂ ਗੁਰਬਾਣੀ ਪੜ੍ਹ ਕੇ, ਗੁਰਬਾਣੀ ਵਿਚਾਰ ਕੇ, ਗੁਰਬਾਣੀ ਮੁਤਾਬਕ ਆਪਣੀ ਸੋਚ ਨੂੰ ਬਣਾ ਕੇ ਤੇ ਸੋਚ ਨੂੰ ਬਦਲ ਸਕਦੇ ਹਾਂ। ਜਿਵੇਂ ਅਸੀਂ ਇੱਕ ਸ਼ਬਦ ਦੀ ਵਿਚਾਰ ਕੀਤੀ ਸੀ ਨਾ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੇ। ਉਸ ਅਰੀ ਮਾਨਸਿਕ ਚੇਂਜਿੰਗ ਹੈ ਕਿ ਜਦ ਤੱਕ ਮੈਂ ਰੱਬੀ ਸ਼ਰਨ ਵਿੱਚ ਨਹੀਂ ਸਾਂ, ਉਦੋਂ ਤੱਕ ਮੇਰਾ ਮਨ ਹੰਕਾਰੀ ਸੀ, ਹਾਥੀ ਦੀ ਤਰ੍ਹਾਂ।
लेकिन जिस दिन ਦਾ मैं रब्बी शरण ਵਿੱਚ ਆਇਆ, ਗੁਣਾਂ ਦੇ ਨਾਲ ਜੁੜਿਆ, ਤਾਂ ਮੇਰਾ ਮਨ ਸਿਫਤ ਸਲਾਹ ਕਰਨ ਵਾਲਾ ਰਬਾਬੀ ਬਣ ਗਿਆ ਹੈ। ਇਹਦੇ ਵਿੱਚ ਨਿਮਰਤਾ ਆ ਗਈ ਹੈ। ਪਹਿਲਾਂ ਮੇਰਾ ਮਨ ਗਧੇ ਦੀ ਤਰ੍ਹਾਂ ਸੀ, ਇਹ ਬੇਵਕੂਫੀਆਂ ਕਰਦਾ ਸੀ, ਬਦਤਮੀਜ਼ੀਆਂ ਕਰਦਾ ਸੀ, ਮੇਰੀ ਮੱਤ ਭੈੜੀ ਸੀ। ਲੇਕਿਨ ਜਿਸ ਦਿਨ ਦਾ ਮੈਂ ਰੱਬੀ ਸ਼ਰਨ ਵਿੱਚ ਆਇਆ, ਰੱਬੀ ਗੁਣਾਂ ਦੇ ਨਾਲ ਜੁੜਿਆ, ਹੁਣ ਮੇਰੇ ਜੀਵਨ ਦੇ ਅੰਦਰ ਉਤਸ਼ਾਹ ਹੈ ਔਰ ਮੇਰਾ ਮਨ ਨੱਚ ਰਿਹਾ ਹੈ, ਭਾਵ ਉਤਸ਼ਾਹ ਦੇ ਅੰਦਰ, ਚੜ੍ਹਦੀ ਕਲਾ ਦੇ ਅੰਦਰ ਹੈ। ਤਾਂ ਇਹ ਚੇਂਜਿੰਗ ਲਿਆਂਦੀ ਜਾ ਸਕਦੀ ਹੈ ਰੱਬੀ ਸ਼ਰਨ ਦੇ ਵਿੱਚ ਆ ਕੇ। ਪੌੜੀ, ਸੱਚਾ ਅਮਰ ਚਲਾਇਓਨ ਕਰ ਸੱਚ ਫੁਰਮਾਨ। ਫੁਰਮਾਨ ਦਾ ਮਤਲਬ ਅਮਰ ਦਾ ਮਤਲਬ ਹੁਕਮ, ਸੱਚ ਫੁਰਮਾਨ ਦਾ ਮਤਲਬ ਸੱਚਾ ਹੁਕਮ, ਸੱਚਾ ਦਾ ਮਤਲਬ ਅਟਲ। ਸੱਚਾ ਹੁਕਮ ਹੈ, ਸੱਚਾ ਹੁਕਮ ਪੈਦਾ ਕਰਕੇ ਤੇ ਸੱਚਾ ਹੁਕਮ ਚਲਾਇਆ ਹੈ। ਹੁਕਮ ਦਾ ਮਤਲਬ ਆਪ ਸਮਝ ਰਹੇ ਹੋ, ਹੁਕਮ, ਰਜ਼ਾ, ਭਾਣਾ, ਲੇਖ, ਇਹਦਾ ਮਤਲਬ ਹੈ ਸਿਸਟਮ। ਕੁਦਰਤ ਦੀ ਜੋ ਨਿਯਮਾਵਲੀ ਹੈ ਇਹ ਬਿਲਕੁਲ ਸੱਚੀ ਹੈ। ਕਰ ਸੱਚ ਫਰਮਾਨ ਦਾ ਮਤਲਬ ਸੱਚਾ ਹੁਕਮ ਸਿਰਜ ਕੇ ਸੱਚਾ ਹੁਕਮ ਚਲਾਏ, ਉਹ ਸੱਚਾ ਹੁਕਮ ਚਲਾਇਆ ਹੈ। ਭਾਵ ਇਹਦਾ ਇਹ ਹੈ ਕਿ ਜੋ ਰੱਬੀ ਹੁਕਮ ਹੈ ਉਹ ਸੱਚਾ ਹੈ, ਉਹਦੇ ਵਿੱਚ ਕੋਈ ਉਕਾਈ ਨਹੀਂ ਹੈ ਔਰ ਉਹ ਹੁਕਮ ਚਲਾਇਆ ਗਿਆ ਹੈ। यानी सिस्टम ਦੇ ਅੰਦਰ ਇਹ ਸਾਰਾ ਸੰਸਾਰ ਕੰਮ ਕਰ ਰਿਹਾ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਰੱਬੀ ਹੁਕਮ ਸੱਚਾ ਹੈ ਔਰ ਸੱਚਾ ਹੁਕਮ ਇਸ ਸੰਸਾਰ ਦੇ ਅੰਦਰ ਲਾਗੂ ਹੈ। ਹੁਕਮ, ਰਜ਼ਾ, ਭਾਣਾ ਦਾ ਮਤਲਬ ਸਿਸਟਮ, ਇਹ ਜੋ ਕੁਦਰਤ ਦੀ ਨਿਯਮਾਵਲੀ ਹੈ ਇਹ ਸੱਚੀ ਹੈ, ਇਹਦੇ ਅੰਦਰ ਕੋਈ ਉਕਾਈ ਨਹੀਂ ਹੈ। ਤੇ ਦੂਜੇ ਨੰਬਰ ਤੇ ਇਸ ਹੁਕਮ ਨੂੰ, ਇਸ ਸਿਸਟਮ ਨੂੰ, ਨਿਯਮਾਵਲੀ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਨਿਯਮਾਵਲੀ, ਇਸ ਰੱਬੀ ਹੁਕਮ ਤੋਂ ਬਾਹਰ ਕੁਝ ਕੀਤਾ ਨਹੀਂ ਜਾ ਸਕਦਾ। ਰੱਬੀ ਹੁਕਮ ਦੇ ਅੰਦਰ ਬਹੁਤ ਕੁਝ ਕੀਤਾ ਜਾ ਸਕਦਾ ਹੈ, ਕਿਉਂਕਿ ਰੱਬੀ ਹੁਕਮ ਅਨੰਤ ਹੈ, ਇਹਦਾ ਅੰਤ ਨਹੀਂ ਹੈ। ਤੇ ਰੱਬੀ ਹੁਕਮ ਦੇ ਅੰਦਰ ਅਨੰਤ ਵਿਕਾਸ ਦੀ ਸੰਭਾਵਨਾ ਹੈ, ਅਨੰਤ ਸੁੱਖਾਂ ਦੀ ਸੰਭਾਵਨਾ ਹੈ, ਅਨੰਤ ਸ਼ਾਂਤੀ ਦੀ ਸੰਭਾਵਨਾ ਹੈ, ਅਨੰਤ ਵਿਕਾਸ ਦੀ ਸੰਭਾਵਨਾ ਹੈ। ਜੋ ਹੁਣ ਤੱਕ ਮਨੁੱਖਤਾ ਨੇ ਵਿਕਾਸ ਕੀਤਾ ਹੈ ਉਹ ਸਭ ਰੱਬੀ ਹੁਕਮ ਦੇ ਅੰਦਰ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਰੱਬੀ ਹੁਕਮ ਸੱਚਾ ਹੈ, ਸੱਚਾ ਹੁਕਮ ਇਸ ਸੰਸਾਰ ਦੇ ਵਿੱਚ ਹੈ। ਉਸ ਹੁਕਮ ਨੂੰ ਸਮਝਣ ਦੀ ਲੋੜ ਹੈ, ਉਸ ਹੁਕਮ ਮੁਤਾਬਕ ਜ਼ਿੰਦਗੀ ਜੀਣ ਦੀ ਲੋੜ ਹੈ। ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਨ। ਸੁਜਾਨ ਦਾ ਮਤਲਬ ਸਿਆਣਾ, ਪੁਰਖ ਦਾ ਮਤਲਬ ਰਮਿਆ ਹੋਇਆ। ਸਦਾ ਨਿਹਚਲ ਦਾ ਮਤਲਬ ਜੋ ਸਦਾ ਹੈ, ਅਹਿਲ ਹੈ, ਹਰ ਥਾਂ ਮੌਜੂਦ ਹੈ ਔਰ ਸਭ ਕੁਝ ਜਾਣਨ ਵਾਲਾ ਸਿਆਣਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ, ਚੰਗੀ ਤਰ੍ਹਾਂ ਜਾਣਨ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ ਔਰ ਹਰ ਥਾਂ ਤੇ ਮੌਜੂਦ ਹੈ। ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ, ਕਿਉਂਕਿ ਆ ਜਿਹੜਾ ਦਿਸਦਾ ਜਗਤ ਹੈ ਇਹ ਸਾਰਾ ਰੱਬ ਦਾ ਹੀ ਰੂਪ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿ ਇਹ ਵਿਸ਼ਵ ਸੰਸਾਰ ਜੋ ਤੁਸੀਂ ਵੇਖ ਰਹੇ ਹੋ ਰੱਬ ਦਾ ਹੀ ਰੂਪ ਹੈ, ਉਹਦੇ ਨਾਲੋਂ ਵੱਖਰਾ ਕੁਝ ਵੀ ਨਹੀਂ। ਸਭ ਥਾਵਾਂ ਤੇ ਆਪ ਹੀ ਆਪ ਫੈਲਿਆ ਹੋਇਆ ਹੈ। ਇੱਕ ਓੰਕਾਰ ਦਾ ਭਾਵ ਹੀ ਹੈ ਕਿ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਸਾਰਾ ਕੁਝ ਹੋ ਰਿਹਾ ਹੈ। ਉਹ ਨਿਹਚਲ ਹੈ, ਸदैव ਹੈ, ਰਮਿਆ ਹੋਇਆ ਹੈ। ਸੁਜਾਨ ਦਾ ਮਤਲਬ ਸਿਆਣਾ ਹੈ, ਮੀਨਸ ਸਿਆਣੇ ਦਾ ਮਤਲਬ ਕਿ ਧੋਖਾ ਨਹੀਂ ਦਿੱਤਾ ਜਾ ਸਕਦਾ ਉਸਨੂੰ। ਤੁਸੀਂ ਮੈਨੂੰ ਧੋਖਾ ਦੇ ਸਕਦੇ ਹੋ, ਮੈਂ ਤੁਹਾਨੂੰ ਧੋਖਾ ਦੇ ਸਕਦਾ ਹਾਂ, ਲੇਕਿਨ ਕੁਦਰਤ ਦੇ ਨਿਯਮਾਂ ਨੂੰ ਕਿਵੇਂ ਧੋਖਾ ਦਿਓਗੇ? ਰੱਬੀ ਰਜ਼ਾ ਨੂੰ, ਭਾਣੇ ਨੂੰ, ਜੋ ਨਿਯਮ ਨੇ, ਲਾ ਆਫ ਨੇਚਰ ਹੈ, ਇਹਨੂੰ ਧੋਖਾ ਕਿਵੇਂ ਦੇ ਸਕੋਗੇ? ਧੋਖਾ ਨਹੀਂ ਦਿੱਤਾ ਜਾ ਸਕਦਾ, ਇੱਥੇ ਚਲਾਕੀ ਨਹੀਂ ਚੱਲਦੀ। ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ। ਸੱਚ ਦਾ ਮਤਲਬ ਸदैव ਹੀ ਸੱਚ, ਸ਼ਬਦ ਦਾ ਮਤਲਬ ਸ਼ਬਦ ਦੇ ਰਾਹੀਂ, ਗੁਰੂ ਗਿਆਨ ਰਾਹੀਂ, ਤੇ ਨਿਸ਼ਾਨ ਦਾ ਇੱਥੇ ਭਾਵ ਹੈ ਨਿਸ਼ਾਨਾ। ਨਿਸ਼ਾਨਾ ਦਾ ਮਤਲਬ ਆਦਰਸ਼, ਯਾਨੀ ਸਾਡੀ ਜ਼ਿੰਦਗੀ ਦਾ ਜੋ ਗੋਲ ਹੈ। ਨਿਸ਼ਾਨ ਦਾ ਮਤਲਬ ਨਿਸ਼ਾਨਾ, ਯਾਨੀ ਜੀਵਨ ਦਾ ਮਨੋਰਥ, ਸਾਡੇ ਜੀਵਨ ਦਾ ਏਮ, ਸਾਡੇ ਜੀਵਨ ਦਾ ਜੋ ਗੋਲ ਹੈ, ਮਨੋਰਥ ਹੈ। ਗੁਰ ਪ੍ਰਸਾਦੀ ਦਾ ਮਤਲਬ ਗੁਰੂ ਦੀ ਕਿਰਪਾ ਨਾਲ, ਸ਼ਬਦ ਦਾ ਮਤਲਬ ਗੁਰੂ ਦੇ ਗਿਆਨ ਰਾਹੀਂ। ਤਾਂ ਗੁਰੂ ਦੇ ਸ਼ਬਦ ਦੀ ਰਾਹੀਂ, ਗੁਰੂ ਗਿਆਨ ਰਾਹੀਂ ਜੀਵਨ ਦੇ ਅਸਲ ਮਨੋਰਥ ਨੂੰ ਸਮਝਿਆ ਜਾ ਸਕਦਾ ਹੈ, ਪਾਇਆ ਜਾ ਸਕਦਾ ਹੈ।
ਤੇ ਉਹ ਜੀਵਨ ਦਾ ਸਫਲ ਮਨੋਰਥ ਕੀ ਹੈ? ਅਸਲ ਮਨੋਰਥ ਕੀ ਹੈ? ਸੱਚ, ਸੱਚ ਨਿਸ਼ਾਨ, ਸੱਚ ਦੇ ਵਿੱਚ ਮਿਲਣਾ, ਸਚਿਆਰ ਹੋਣਾ। ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਆਏ ਹਾਂ ਇਹ ਚੀਜ਼ ਕਿ ਕਿਵ ਸਚਿਆਰਾ ਹੋਈਏ। ਸਾਡੀ ਜ਼ਿੰਦਗੀ ਦਾ ਗੋਲ ਇਹ ਹੈ ਕਿ ਅਸੀਂ ਸਚਿਆਰ ਕਿਵੇਂ ਹੋਈਏ, ਸੱਚੀ ਜ਼ਿੰਦਗੀ ਕਿਵੇਂ ਜੀਵੀਏ, ਮਨ, ਬਚਨ ਔਰ ਕਰਮ ਕਰਕੇ। ਤਾਂ ਗੁਰੂ ਗਿਆਨ ਰਾਹੀਂ ਜੀਵਨ ਦਾ ਜੋ ਸੱਚਾ ਉੱਚਾ ਆਦਰਸ਼ ਹੈ ਉਹ ਮਿਲਦਾ ਹੈ, ਸਮਝ ਆਉਂਦੀ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰ ਪ੍ਰਸਾਦੀ ਸੇਵੀਐ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਸ਼ਰਣੀ ਪੈ ਕੇ ਸੇਵੀਏ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ, ਰੱਬੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕਿਉਂਕਿ ਗੁਰੂ ਦੇ ਸ਼ਬਦ ਰਾਹੀਂ ਇਸ ਮਨੋਰਥ ਦੀ ਸੂਝ ਆਉਂਦੀ ਹੈ। ਗੁਰ ਸ਼ਬਦ ਮੁਤਾਬਕ, ਗਿਆਨ ਮੁਤਾਬਕ ਅਸੀਂ ਉਸ ਗੋਲ ਦੇ ਉੱਤੇ ਪਹੁੰਚਦੇ ਹਾਂ। ਇਸ ਲਈ ਗੁਰਦੇਵ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ, ਕਿਉਂਕਿ ਗੁਰੂ ਗਿਆਨ ਰਾਹੀਂ ਹੀ ਸਾਨੂੰ ਜੀਵਨ ਦਾ ਸਹੀ ਮਨੋਰਥ ਸਮਝ ਆਉਂਦਾ ਹੈ ਔਰ ਗੁਰੂ ਗਿਆਨ ਰਾਹੀਂ ਹੀ ਅਸੀਂ ਜੀਵਨ ਦੇ ਸੱਚੇ ਮਨੋਰਥ ਨੂੰ ਪਾ ਸਕਦੇ ਹਾਂ। ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਨ। ਥਾਟ ਦਾ ਮਤਲਬ ਬਣਤਰ, ਪੂਰਾ ਦਾ ਮਤਲਬ ਪੂਰਨ, ਜੋ ਊਣਤਾਈ ਤੋਂ ਰਹਿਤ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੂਰਾ ਥਾਟ ਬਣਾਇਆ, ਜੋ ਆ ਬਣਤਰ ਬਣਾਈ ਹੈ, ਜੋ ਰਚਨਾ ਰਚੀ ਹੈ, ਇਹ ਪੂਰੀ ਹੈ, ਮੁਕੰਮਲ ਹੈ, ਜਿਹਦੇ ਅੰਦਰ ਕੋਈ ਊਣਤਾਈ ਨਹੀਂ ਹੈ। ਇਹ ਜਿੰਨਾ ਵੀ ਸੰਸਾਰ ਦੀ ਰਚਨਾ ਹੈ ਇਹਦੇ ਵਿੱਚ ਕੋਈ ਊਣਤਾਈ ਨਹੀਂ ਹੈ, ਇਹ ਮੁਕੰਮਲ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਇੱਥੇ ਕੋਈ ਊਣਤਾਈ ਨਹੀਂ ਹੈ, ਇਹ ਪੂਰਨ ਹੈ। ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਰੰਗ ਗੁਰਮਤ ਮਾਨ, ਗੁਰੂ ਦੀ ਮੱਤ ਲੈ ਕੇ ਸਾਨੂੰ ਪ੍ਰਭੂ ਦੇ ਪਿਆਰ ਦਾ ਆਨੰਦ ਮਾਣਨਾ ਚਾਹੀਦਾ। ਰੰਗ ਦਾ ਮਤਲਬ ਪਿਆਰ, ਪਿਆਰ ਦੇ ਨਾਲ ਸਾਨੂੰ ਇਸ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੀਦਾ ਹੈ, ਰੱਬੀ ਗੁਣਾਂ ਦਾ ਆਨੰਦ ਮਾਣਨਾ ਚਾਹੀਦਾ ਹੈ। ਕਿਉਂਕਿ ਇਹ ਜੀਵਨ ਦੀ ਜੁਗਤ ਜੋ ਹੈ, ਜਾਂ ਇਸ ਸੰਸਾਰ ਦੀ ਰਚਨਾ ਹੈ, ਇਹ ਮੁਕੰਮਲ ਹੈ, ਇੱਥੇ ਕੋਈ ਊਣਤਾਈ ਨਹੀਂ ਹੈ। ਤਾਂ ਜਿੱਥੇ ਕੋਈ ਊਣਤਾਈ ਨਾ ਹੋਵੇ, ਜਿਸ ਸੰਸਾਰ ਵਿੱਚ ਕੋਈ ਊਣਤਾਈ ਕਮੀ ਹੋਵੇ ਹੀ ਨਾ, ਉੱਥੇ ਤਾਂ ਖੁਸ਼ ਰਿਹਾ ਜਾ ਸਕਦਾ ਹੈ, ਉੱਥੇ ਤਾਂ ਆਨੰਦਮਈ ਜ਼ਿੰਦਗੀ ਜੀਵੀ ਜਾ ਸਕਦੀ ਹੈ। ਆਨੰਦਮਈ ਜਾਂ ਖੁਸ਼ੀ ਵਾਲੀ ਜ਼ਿੰਦਗੀ ਉੱਥੇ ਨਹੀਂ ਜੀਵੀ ਜਾ ਸਕਦੀ ਜਿੱਥੇ ਕੋਈ ਘਾਟ ਹੋਵੇ, ਜਿੱਥੇ ਕੋਈ ਕਮੀ ਹੋਵੇ। ਉੱਥੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਦੁੱਖ ਹੈ, ਕਿਉਂਕਿ ਇੱਥੇ ਘਾਟ ਹੈ, ਇੱਥੇ ਕਮੀ ਹੈ। ਤੇ ਜਿੱਥੇ ਕਮੀ ਹੀ ਕੋਈ ਨਾ ਹੋਵੇ, ਜਿੱਥੇ ਕੋਈ ਦੋਸ਼ ਹੋਵੇ ਹੀ ਨਾ, ਜੋ ਚੀਜ਼ ਰਚਨਾ ਮੁਕੰਮਲ ਹੋਵੇ, ਉੱਥੇ ਦੁੱਖ ਦਾ ਤੇ ਕੋਈ ਮਤਲਬ ਨਹੀਂ ਹੈ ਨਾ। ਉੱਥੇ ਤਾਂ ਪਿਆਰ ਨਾਲ ਰਿਹਾ ਜਾ ਸਕਦਾ ਹੈ, ਉੱਥੇ ਚੰਗੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਲੇਕਿਨ ਬੰਦਾ ਜੀ ਨਹੀਂ ਪਾ ਰਿਹਾ, ਤਾਂ ਉਹਦੇ ਵਿੱਚ ਕੁਦਰਤ ਦੀ ਕਮੀ ਨਹੀਂ ਹੈ, ਰੱਬ ਦੀ ਕਮੀ ਨਹੀਂ ਹੈ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਇਸ ਦੁਨੀਆ ਦੇ ਅੰਦਰ ਕੋਈ ਵੀ ਐਸੀ ਸ਼ੈ ਨਹੀਂ ਜੋ ਬੰਦੇ ਨੂੰ ਚਾਹੀਦੀ ਹੋਵੇ ਤੇ ਉਹ ਨਾ ਹੋਵੇ। ਇੱਥੇ ਸੋਨੇ, ਚਾਂਦੀ, ਹੀਰਿਆਂ ਦੀਆਂ ਖਾਨਾਂ ਨੇ, ਹਜ਼ਾਰਾਂ ਕਿਸਮ ਦੇ ਫਲ ਨੇ, ਫੁੱਲ ਨੇ, ਅਨਾਜ ਨੇ, ਇੱਥੇ ਅਨੰਤ ਕਿਸਮ ਦੇ ਪਹਾੜ ਨੇ, ਨਦੀਆਂ ਨੇ, ਨਾਲੇ ਨੇ, ਦਰਿਆ ਨੇ, ਝੀਲਾਂ ਨੇ, ਨਕਸ਼ਤਰ ਨੇ, ਗ੍ਰਹਿ ਨੇ, ਤਾਰੇ ਨੇ, ਕਿੰਨਾ ਕੁਛ, ਸਾਰਾ ਕੁਛ ਤੇ ਮੁਕੰਮਲ ਹੈ, ਕੁਛ ਵੀ ਤੇ ਕਮੀ ਨਹੀਂ। ਜਿਹੜੀ ਵੀ ਚੀਜ਼ ਚਾਹੋ ਤੁਸੀਂ ਮਿਹਨਤ ਕਰਕੇ ਪ੍ਰਾਪਤ ਕਰ ਸਕਦੇ ਹੋ। ਤਾਂ ਕਮੀ ਤਾਂ ਬੰਦੇ ਦੀ ਆਪਣੀ ਸੋਚ ਵਿੱਚ ਹੈ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਮੱਤ ਲੈ ਕੇ ਪ੍ਰਭੂ ਪਿਆਰ ਦਾ ਆਨੰਦ ਮਾਣੋ। ਇਹ ਸਾਰੀ ਰਚਨਾ ਬੜੀ ਸੁੰਦਰ ਹੈ, ਮੁਕੰਮਲ ਹੈ, ਇਹਦੇ ਵਿੱਚ ਕੋਈ ਊਣਤਾਈ ਨਹੀਂ ਹੈ। ਔਰ ਹਕੀਕਤ ਹੈ, ਊਣਤਾਈ ਸਾਡੇ ਜੀਵਨ ਵਿੱਚ ਵੀ ਕੋਈ ਨਹੀਂ। ਦੇਖੋ, ਅੱਖਾਂ ਨੇ, ਨੱਕ ਨੇ, ਕੰਨ ਨੇ, ਹੱਥ ਪੈਰ ਨੇ, ਧੀਆਂ ਪੁੱਤਰ, ਭੈਣ ਭਰਾ ਨੇ, ਸਾਰਾ ਕੁਝ। ਕਮੀ ਸਾਡੀ ਸੋਚ ਦੀ ਹੈ ਨਾ। ਇਸ ਲਈ ਆਪਣੀ ਸੋਚ ਨੂੰ ਮਹਾਨ ਬਣਾਉਣਾ ਹੈ, ਗਿਆਨ ਦੀ ਸਹੀ ਵਰਤੋਂ ਕਰਨੀ ਹੈ, ਗੁਰੂ ਦੀ ਮੱਤ ਧਾਰਨੀ ਹੋ ਕੇ ਅਸੀਂ ਇਸ ਜੀਵਨ ਦਾ ਆਨੰਦ ਮਾਣ ਸਕਦੇ ਹਾਂ। ਅਗੰਮ ਅਗੋਚਰ ਅਲਖ ਹੈ, ਗੁਰਮੁਖ ਹਰ ਜਾਣ। ਅਗੰਮ ਦਾ ਮਤਲਬ ਅਪਹੁੰਚ, ਜੋ ਸਾਡੀ ਪਹੁੰਚ ਤੋਂ ਪਰੇ ਹੈ। ਅਗੋਚਰ ਦਾ ਮਤਲਬ ਜੋ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਲਖ ਦਾ ਮਤਲਬ ਜੋ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ ਹੈ। ਹੁਣ ਅਪਹੁੰਚ ਹੈ, ਸਾਡੀ ਉੱਥੋਂ ਤੱਕ ਪਹੁੰਚ ਨਹੀਂ, ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਔਰ ਦਿਸਦਾ ਵੀ ਨਹੀਂ। ਹੁਣ ਦੇਖੋ, ਪ੍ਰੋਬਲਮ ਕ੍ਰੀਏਟ ਹੋਏਗੀ ਨਾ ਵੀ ਜਿਹੜਾ ਦਿਸਦਾ ਵੀ ਨਹੀਂ, ਜੋ ਸਾਡੀ ਪਹੁੰਚ ਤੋਂ ਵੀ ਪਰੇ ਹੈ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ, ਉਹਨੂੰ ਤੇ ਫਿਰ ਪਾਇਆ ਹੀ ਨਹੀਂ ਜਾ ਸਕਦਾ। ਕਿਵੇਂ ਪਾਈਏ? ਇਹ ਚੀਜ਼ਾਂ ਸਮਝਣ ਵਾਲੀਆਂ ਨੇ, ਕਿਉਂਕਿ ਕਈ ਵਾਰ
ਕੋਈ ਗੱਲ ਸਮਝ ਨਹੀਂ ਆਉਂਦੀ ਤਾਂ ਸਾਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਤਾਂ ਇੱਥੇ ਸਮਝਣ ਵਾਲੀ ਗੱਲ ਹੈ, ਰੱਬ ਅਗੰਮ ਹੈ। ਹੁਣ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਜਲ ਥਲ ਮਹੀਲ ਪੂਰਿਆ। ਹੁਣ ਜਿਹੜਾ ਜਲਾਂ ਥਲਾਂ ਦੇ ਅੰਦਰ ਪਰਿਪੂਰਨ ਹੈ ਉਹ ਸਾਡੇ ਤੋਂ ਅਗੰਮ ਕਿਵੇਂ ਹੋ ਗਿਆ? ਇਹ ਸਾਡੇ ਅੰਦਰ ਸਵਾਲ ਪੈਦਾ ਹੋਏਗਾ ਕਿ ਜਿਹੜਾ ਪਰਿਪੂਰਨ ਵੀ ਹੈ, ਮੇਰੇ ਅੰਦਰ ਵੀ ਵਸਦਾ ਹੈ, ਫਿਰ ਮੇਰੇ ਤੋਂ ਅਗੰਮ ਕਿਵੇਂ ਹੈ, ਅਪਹੁੰਚ ਕਿਵੇਂ ਹੈ? ਇਹ ਹਕੀਕਤ ਹੈ। ਇਹਨੂੰ ਅਸੀਂ ਸਮਝਾਂਗੇ ਤਾਂ ਸਮਝ ਆ ਜਾਏਗੀ। ਸੱਚ ਸਾਡੇ ਸਾਰਿਆਂ ਦੇ ਅੰਦਰ ਹੈ। ਦੁਨੀਆ ਦਾ ਕੋਈ ਵੀ ਮਨੁੱਖ ਐਸਾ ਨਹੀਂ ਜਿਹਨੂੰ ਸੱਚ ਦਾ ਪਤਾ ਨਾ ਹੋਵੇ। ਪਤਾ ਹੈ ਨਾ ਸਾਰਿਆਂ ਨੂੰ, ਸੱਚ ਸਾਡੇ ਅੰਦਰ ਹੈ, ਪਰ ਅਸੀਂ ਸੱਚ ਬੋਲਦੇ ਨਹੀਂ। ਤਾਂ ਸਾਡੇ ਤੋਂ ਅਗੰਮ ਹੀ ਹੋਇਆ ਨਾ, ਅਪਹੁੰਚ ਹੀ ਹੋਇਆ ਨਾ, ਕਿਉਂਕਿ ਸਾਡੀ ਪਹੁੰਚ ਵਿੱਚ ਨਹੀਂ ਹੈ, ਅਸੀਂ ਸੱਚ ਨਹੀਂ ਬੋਲ ਰਹੇ। ਪ੍ਰੇਮ ਸਾਡੇ ਅੰਦਰ ਹੈ, ਅਸੀਂ ਪ੍ਰੇਮ ਨਾਲ ਰਹਿ ਸਕਦੇ ਹਾਂ, ਪ੍ਰੇਮ ਨੂੰ ਯੂਜ਼ ਕਰ ਸਕਦੇ ਹਾਂ, ਪਰ ਬੰਦਾ ਪ੍ਰੇਮ ਨੂੰ ਯੂਜ਼ ਨਹੀਂ ਕਰ ਰਿਹਾ, ਜੈਲਸੀ ਨੂੰ ਯੂਜ਼ ਕਰ ਰਿਹਾ ਹੈ, ਵੈਰ ਵਿਰੋਧ ਵਾਲੀ ਜ਼ਿੰਦਗੀ ਜੀ ਰਿਹਾ, ਤਾਂ ਇਹਦਾ ਮਤਲਬ ਪ੍ਰੇਮ ਬੰਦੇ ਤੋਂ ਅਪਹੁੰਚ ਹੀ ਹੋਇਆ ਨਾ। ਬਿਲਕੁਲ ਅੰਦਰ ਹੁੰਦਾ ਹੋਇਆ ਵੀ ਅਪਹੁੰਚ, ਕਿਉਂਕਿ ਅਸੀਂ ਉਹਨੂੰ ਯੂਜ਼ ਨਹੀਂ ਕਰ ਰਹੇ। ਤੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਕਿਵੇਂ ਹੈ? ਹੁਣ ਦੇਖੋ, ਸੱਚ ਹੈ, ਲੇਕਿਨ ਅਸੀਂ ਕੰਨਾਂ ਨਾਲ ਸੱਚ ਸੁਣਨਾ ਹੀ ਨਹੀਂ ਚਾਹੁੰਦੇ। ਸੱਚ ਹੈ, ਅਸੀਂ ਸੱਚ ਬੋਲਣਾ ਹੀ ਨਹੀਂ ਚਾਹੁੰਦੇ। ਅਲੱਖ ਦਾ ਮਤਲਬ ਲਖਣ ਤੋਂ ਪਰੇ ਹੈ, ਸਾਨੂੰ ਦਿਸਦਾ ਨਹੀਂ, ਤਾਂ ਵਾਸਤਵ ਵਿੱਚ ਹੀ ਨਹੀਂ ਦਿਸਦਾ, ਕਿਉਂਕਿ ਅਸੀਂ ਵੇਖਣਾ ਹੀ ਨਹੀਂ ਚਾਹੁੰਦੇ। ਰੱਬ ਨੂੰ ਅਸੀਂ ਥੋੜਾ ਵੇਖਣਾ ਚਾਹੁੰਦੇ ਹਾਂ। ਅਸੀਂ ਤਾਂ ਬੰਦਿਆਂ ਦੀਆਂ ਜਾਤਾਂ ਵੇਖਦੇ ਹਾਂ, ਜਾਤ ਸਾਨੂੰ ਦਿਸ ਜਾਂਦੀ ਹੈ। ਅਸੀਂ ਆਪਣੇ ਔਰ ਪਰਾਏ ਵੇਖਦੇ ਹਾਂ, ਸਾਨੂੰ ਆਪਣੇ ਪਰਾਏ ਦਿਸ ਜਾਂਦੇ ਨੇ। ਅਸੀਂ ਮਿੱਤਰ ਔਰ ਦੁਸ਼ਮਣ ਵੇਖ ਰਹੇ ਹਾਂ, ਮਿੱਤਰ ਔਰ ਦੁਸ਼ਮਣ ਸਾਨੂੰ ਦਿਸ ਰਹੇ ਨੇ। ਜੋਤ ਤੇ ਅਸੀਂ ਵੇਖ ਹੀ ਨਹੀਂ ਰਹੇ। ਸਾਡੇ ਅੰਦਰ ਇਹ ਭਾਵਨਾ ਹੀ ਨਹੀਂ ਹੈ ਕਿ ਹਰ ਬੰਦਾ ਰੱਬ ਦਾ ਰੂਪ ਹੈ। ਜੋ ਦਿਸੈ ਸੋ ਤੇਰਾ ਰੂਪ, ਅਸੀਂ ਇਸ ਨਜ਼ਰੀਏ ਨਾਲ ਵੇਖਦੇ ਨਹੀਂ, ਇਸ ਲਈ ਅਲੱਖ ਹੈ। ਦਿਸਦਾ ਹੋਇਆ ਵੀ ਨਹੀਂ ਦਿਸ ਰਿਹਾ, ਪਹੁੰਚ ਦੇ ਵਿੱਚ ਹੁੰਦਾ ਹੋਇਆ ਵੀ ਪਹੁੰਚ ਤੋਂ ਪਰੇ ਹੈ। ਇੱਕ ਭਾਵ ਇਹ, ਤੇ ਦੂਜਾ ਇਹ ਹੈ ਕਿ ਉਸ ਦਾ ਵਿਸਥਾਰ ਜਿਹੜਾ ਹੈ ਉਹ ਅਗੰਮ ਹੈ। ਜੇ ਅਸੀਂ ਇਹ ਚਾਹੀਏ ਕਿ ਦੁਨੀਆ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਖਤਮ ਹੋ ਗਈ, ਇਹ ਗੱਲ ਸਾਡੀ ਪਹੁੰਚ ਤੋਂ ਪਰੇ ਹੈ। ਕਿੱਥੋਂ ਦੁਨੀਆ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੋ ਜਾਏਗੀ, ਇਹ ਸਾਡੀਆਂ ਅੱਖਾਂ ਤੋਂ ਪਰੇ ਹੈ, ਇਹ ਨਹੀਂ ਵੇਖ ਪਾਵਾਂਗੇ। ਯਾਨੀ ਉਹ ਅਨੰਤ ਹੈ, ਅਪਹੁੰਚ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਪਰ ਗੁਰੂ ਜੀ ਕਹਿੰਦੇ ਨੇ ਗੁਰਮੁਖ ਹਰ ਜਾਣ। ਜਾਣ ਦਾ ਮਤਲਬ ਜਾਣਿਆ ਜਾਂਦਾ ਹੈ, ਸੂਝ ਪੈ ਜਾਂਦੀ ਹੈ। ਕਿਵੇਂ? ਗੁਰਮੁਖ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਨ ਆਇਆ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਉਸ ਪ੍ਰਭੂ ਨੂੰ ਜਾਣਿਆ ਜਾ ਸਕਦਾ ਹੈ, ਉਹਦੀ ਸਮਝ ਪੈ ਜਾਂਦੀ ਹੈ, ਉਹ ਫਿਰ ਸਾਡੀ ਪਹੁੰਚ ਵਿੱਚ ਹੈ। ਫਿਰ ਅਸੀਂ ਉਹਦੇ ਗੁਣਾਂ ਨੂੰ ਵਰਤ ਸਕਦੇ ਹਾਂ, ਫਿਰ ਅਸੀਂ ਉਹਦੇ ਵਿੱਚ ਲੀਨ ਹੋ ਸਕਦੇ ਹਾਂ, ਫਿਰ ਅਸੀਂ ਚਾਰ ਚੁਫੇਰੇ ਇੱਕ ਦੂਜੇ ਵਿੱਚ ਰੱਬ ਨੂੰ ਵੇਖ ਕੇ ਰੱਬ ਵਰਗਾ ਪਿਆਰ ਸਤਿਕਾਰ ਇੱਕ ਦੂਜੇ ਨਾਲ ਕਰ ਸਕਦੇ ਹਾਂ, ਜੇ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ, ਜੇ ਅਸੀਂ ਆਪਣੀ ਹੋਛੀ ਮੱਤ ਨੂੰ ਛੱਡ ਦਈਏ, ਜੇ ਆਪਣੀ ਮੱਤ ਦੇ ਅੰਦਰ ਵਿਸ਼ਾਲਤਾ, ਸੋਚ ਅੰਦਰ ਵਿਸ਼ਾਲਤਾ ਲਿਆਈਏ, ਗਿਆਨ ਮੁਤਾਬਕ ਯੂਨੀਵਰਸਲ ਟਰੁੱਥ ਨੂੰ ਸਮਝ ਕੇ, ਤਾਂ ਫਿਰ ਉਹਨੂੰ ਜਾਣ ਲਈਦਾ, ਸਮਝ ਲਈਦਾ, ਫਿਰ ਅਸੀਂ ਉਹਦੇ ਵਿੱਚ ਅਭੇਦ ਹੋ ਜਾਂਦੇ ਹਾਂ, ਫਿਰ ਉਹਦੇ ਗੁਣਾਂ ਦਾ ਆਨੰਦ ਮਾਣ ਸਕਦੇ ਹਾਂ। ਸ਼ਲੋਕ ਮਹਿਲਾ ਪਹਿਲਾ। ਨਾਨਕ ਬਦਰਾ ਮਾਲ ਕਾ ਭੀਤਰ ਧਰਿਆ ਆਣ। ਬਦਰਾ ਦਾ ਮਤਲਬ ਹੁੰਦਾ ਹੈ, ਇਹ ਅਰਬੀ ਬੋਲੀ ਹੈ, ਤੇ ਬਦਰਾ ਦਾ ਮਤਲਬ ਹੁੰਦਾ ਹੈ ਥੈਲੀ। ਮਾਲਕਾ ਦਾ ਮਤਲਬ ਰੁਪਈਆਂ ਦੀ ਥੈਲੀ। ਜਿਵੇਂ ਕੋਈ ਧਨ ਦੌਲਤ ਦੀ ਥੈਲੀ ਲਿਆ ਕੇ ਆਪਣੇ ਘਰ ਧਰ ਲੈ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਮਾਲ ਦਾ ਬਦਰਾ, ਰੁਪਈਆਂ ਦੀ ਥੈਲੀ, ਸਿੱਕਿਆਂ ਦੀ ਥੈਲੀ, ਸੋਨਾ ਚਾਂਦੀ ਕੁਛ ਵੀ, ਯਾਨੀ ਰੁਪਈਆਂ ਦੀ ਥੈਲੀ ਨੂੰ ਕਹਿੰਦੇ ਨੇ ਮਾਲ ਦਾ ਬਦਰਾ। ਭੀਤਰ ਧਰਿਆ ਆਣ, ਬੰਦਾ ਹੁਣ ਆਪਣੇ ਘਰ ਦੇ ਵਿੱਚ ਲਿਆ ਕੇ ਧਰ ਲਵੇ ਥੈਲੀ ਰੁਪਈਆਂ ਦੀ। ਮੰਨ ਲਓ ਤੁਸੀਂ ਅਮਰੀਕਾ ਵਾਲਿਆਂ ਨੇ ਡਾਲਰਾਂ ਦੀ ਥੈਲੀ ਲਿਆ ਕੇ ਪੰਡ ਬਣ ਕੇ ਅੰਦਰ ਧਰ ਲਈ, ਇੰਗਲੈਂਡ ਵਾਲਿਆਂ ਨੇ ਪਾਉਂਡ ਤੇ ਇੰਡੀਆ ਵਾਲਿਆਂ ਨੇ ਰੁਪਈਆਂ ਦਾ ਪੰਡ ਬਣ ਕੇ ਅੰਦਰ ਧਰ ਲਈ। ਹੁਣ ਪੰਡ ਬੰਨ ਕੇ ਤੇ ਲੈ ਆਏ, ਤੇ ਜਦੋਂ ਪੰਡ ਖੋਲੀ ਤੇ ਕਿਸੇ ਨੇ ਵੇਖਿਆ, ਉਹਨੇ ਕਿਹਾ ਇੱਥੇ ਨਕਲੀ ਨੇ, ਇਹ ਤੇ ਨਕਲੀ ਪਾਉਂਡਾਂ ਦੀ ਪੰਡ ਬੰਨੀ ਫਿਰਦੇ ਹੋ, ਤਾਂ ਪੰਡ ਦਾ ਕੋਈ ਫਾਇਦਾ ਨਾ ਹੋਇਆ। ਪਰਖਣਾ ਪਵੇਗਾ ਨਾ ਪੰਡ, ਕੀ ਉਹ ਪੰਡ ਦੇ ਵਿੱਚ ਹੈ ਕਿ ਇਹ ਖਰੇ ਨੇ ਕਿ ਖੋਟੇ ਨੇ। ਮੰਨ ਲਓ ਤੁਸੀਂ ਪੌਂਡਾਂ ਦੀ ਪੰਡ ਲਿਆ ਕੇ ਬੰਨ ਕੇ ਰੱਖ ਲਈ ਅੰਦਰ, 20, 30, 50,000 ਪੌਂਡ ਕਿਤੋਂ ਲੱਭ ਕੇ ਲੈ ਆਂਦੇ, ਤੇ ਤੁਸੀਂ ਚਲੇ ਗਏ ਦੁਕਾਨ ਤੇ ਸਮਾਨ ਖਰੀਦਣ, ਤੇ ਉਹਨਾਂ ਨੇ ਜਦੋਂ ਵੇਖਿਆ ਪਿਲਸਨ ਲਾ ਕੇ, ਉਹਨਾਂ ਕਿਹਾ ਤਾਂ ਨਕਲੀ, ਉਹ ਚੱਲੇ ਨਹੀਂ। ਨਕਲੀ, ਔਰ ਨਕਲੀ ਕਰੰਸੀ ਦੇ ਦੋਸ਼ ਵਿੱਚ ਕੈਦ ਵੀ ਹੋ ਸਕਦੀ ਹੈ।
ਹੁਣ ਇੱਥੇ ਇੱਕ ਮਿਸਾਲ ਲਈ ਹੈ ਦੁਨੀਆ ਦੀ, ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ ਕਿ ਅਸਲੀ ਮਾਲ ਦਾ ਬਦਲਾ ਕਿਹੜਾ ਹੈ। ਉਹ ਹੈ ਜਿਹੜੇ ਸਾਡੇ ਕੀਤੇ ਹੋਏ ਕਰਮ ਨੇ, ਜਿਹੜੇ ਸਾਡੇ ਕੀਤੇ ਹੋਏ ਕਰਮ ਨੇ ਉਹ ਅਸੀਂ ਆਪਣੇ ਅੰਦਰ ਧਰ ਲੈਣੇ ਇਕੱਠੇ ਕਰਕੇ। ਨਾਨਕ ਬਦਰਾ ਮਾਲ ਕਾ ਭੀਤਰ ਧਨਿਆ ਆਣ, ਜਿਵੇਂ ਕਿਸੇ ਮਾਲਕ ਦਾ ਨੌਕਰ ਰੁਪਈਆਂ ਦੀ ਥੈਲੀ ਕਮਾ ਕੇ ਅੰਦਰ ਲਿਆ ਰੱਖਦਾ ਹੈ, ਇਸੇ ਤਰ੍ਹਾਂ ਇਹ ਜੀਵ ਵਣਜਾਰਾ ਹੈ, ਇਸ ਦੁਨੀਆ ਵਿੱਚ ਵਣਜ ਕਰਨ ਵਾਸਤੇ ਆਇਆ ਹੈ, ਤੇ ਇਹ ਵੀ ਵਣਜ ਕਰਕੇ ਚੰਗੇ ਔਰ ਮਾੜੇ ਕਰਮਾਂ ਦਾ ਜਿਹੜਾ ਮਾਲ ਹੈ ਨਾ ਆਪਣੇ ਅੰਦਰ ਮੈਂਟੈਲਿਟੀ ਦੇ ਅੰਦਰ ਇਕੱਠਾ ਕਰ ਲੈਂਦਾ, ਸੋਚ ਦੇ ਅੰਦਰ ਇਕੱਠਾ ਕਰ ਲੈਂਦਾ। ਹੁਣ ਦੇਖੋ, ਚਾਹੇ ਉਹ ਕਰਮ ਚੰਗੇ ਨੇ ਮਾੜੇ ਨੇ ਉਹ ਅਗਲੀ ਗੱਲ ਹੈ, ਲੇਕਿਨ ਇਸ ਦੁਨੀਆ ਦੇ ਅੰਦਰ ਹਰ ਬੰਦੇ ਨੇ ਸੰਸਕਾਰ ਇਕੱਠੇ ਕੀਤੇ ਨੇ ਔਰ ਹਰ ਬੰਦੇ ਦਾ ਜਿਹੜਾ ਹੈ ਉਹ ਸੁਭਾਅ ਤੇ ਆਦਤ ਬਣੀ ਹੋਈ ਹੈ। ਹੁਣ ਜਿਹੜੇ ਅੰਦਰ ਕਰਮ ਇਕੱਠੇ ਕੀਤੇ ਨੇ, ਜੋ ਸੁਭਾਅ ਬਣਿਆ ਹੋਇਆ ਹੈ, ਅਗਲੀ ਗੱਲ ਜਿਹੜੀ ਹੈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ। ਹੁਣ ਜਿਵੇਂ ਉਹ ਰੁਪਈਆਂ ਦੀ ਥੈਲੀ ਲਿਆ ਕੇ ਧਰੀਏ ਨਾ ਅੰਦਰ ਮਾਲਕ ਦੇ ਕੋਲ, ਤੇ ਮਾਲਕ ਉਹਨੂੰ ਪਰਖਦਾ ਹੈ ਵੀ ਇਹ ਖੋਟੇ ਤੇ ਨਹੀਂ, ਰੁਪਈਏ ਨੋਟ ਨਕਲੀ ਤੇ ਨਹੀਂ। ਜੇ ਨਕਲੀ ਨੇ ਉਹਨਾਂ ਨੂੰ ਵਾਪਸ ਕੀਤਾ ਜਾਂਦਾ ਹੈ, ਔਰ ਜੇ ਅਸਲੀ ਨੇ ਉਹਨਾਂ ਨੂੰ ਖਜ਼ਾਨੇ ਵਿੱਚ ਪਾ ਲਿਆ। ਇਸੇ ਤਰ੍ਹਾਂ ਮਾਲਕ ਦੇ ਸਾਹਮਣੇ ਖੋਟੇ ਤੇ ਖਰੇ ਰੁਪਈਏ ਜਿਵੇਂ ਪਰਖੇ ਜਾਂਦੇ ਨੇ, ਇਸੇ ਤਰ੍ਹਾਂ ਮਾਲਕ ਦੀ ਹਜ਼ੂਰੀ ਵਿੱਚ, ਪ੍ਰਭੂ ਦੀ ਹਜ਼ੂਰੀ ਵਿੱਚ ਨਿਤਾਰਾ ਹੋ ਜਾਂਦਾ ਹੈ ਕਿ ਕਿਹੜੇ ਕਰਮ ਖੋਟੇ ਨੇ ਔਰ ਕਿਹੜੇ ਕਰਮ ਚੰਗੇ ਨੇ, ਕਿੰਨਾ ਦਾ ਮਾਲ ਖੋਟਾ ਹੈ, ਕਿੰਨਾ ਦਾ ਮਾਲ ਖਰਾ ਹੈ। ਇਹ ਪਰਖ ਹੁੰਦੀ ਹੈ, ਔਰ ਇਹ ਪਰਖ ਕਿੱਥੇ ਹੋਏਗੀ? ਸਾਹਿਬ ਕੇ ਦੀਵਾਨ, ਜੋ ਰੱਬੀ ਹੁਕਮ ਹੈ, ਜੋ ਰੱਬੀ ਸਿਸਟਮ ਹੈ, ਇਹਦੇ ਵਿੱਚ ਪਰਖ ਹੋ ਰਹੀ ਹੈ ਹਰ ਇੱਕ ਦੀ, ਔਰ ਉਸ ਮਾਲ ਮੁਤਾਬਕ, ਉਹਨਾਂ ਕਰਮਾਂ ਮੁਤਾਬਕ ਨਾਲ ਦੇ ਨਾਲ ਹਰ ਬੰਦੇ ਨੂੰ ਉਹਦਾ ਫਲ ਮਿਲੀ ਜਾ ਰਿਹਾ ਹੈ। ਕਿਉਂਕਿ ਅਸੀਂ ਇਸ ਕੁਦਰਤੀ ਨਿਯਮਾਵਲੀ ਨੂੰ, ਰੱਬੀ ਹੁਕਮ ਨੂੰ ਕਦੀ ਧੋਖਾ ਨਹੀਂ ਦੇ ਸਕਦੇ। ਜਿਨ੍ਹਾਂ ਨੇ ਆਪਣੇ ਅੰਦਰ ਈਰਖਾ, ਦਵੇਸ਼, ਵੈਰ ਵਿਰੋਧ ਦਾ ਮਾਲ ਇਕੱਠਾ ਕੀਤਾ ਹੋਇਆ ਹੈ, ਉਹਦਾ ਫਲ ਉਹਨਾਂ ਨੂੰ ਮਿਲ ਰਿਹਾ ਹੈ ਕਿ ਉਹ ਅਸ਼ਾਂਤ ਨੇ, ਉਹ ਹਮੇਸ਼ਾ ਈਰਖਾ ਦੀ ਅੱਗ ਵਿੱਚ ਸੜ ਰਹੇ ਨੇ। ਜਿਨ੍ਹਾਂ ਨੇ ਆਪਣੇ ਅੰਦਰ ਸੱਚ ਇਕੱਠਾ ਕੀਤਾ ਹੋਇਆ ਹੈ, ਸੁਭਾਅ ਪਿਆਰ ਵਾਲਾ, ਨਿਮਰਤਾ ਵਾਲਾ ਹੈ, ਉਹਨਾਂ ਨੂੰ ਉਹਦਾ ਫਲ ਮਿਲ ਰਿਹਾ ਹੈ ਕਿ ਉਹ ਸ਼ਾਂਤ ਨੇ, ਉਹਨਾਂ ਦੇ ਜੀਵਨ ਵਿੱਚ ਪੋਜ਼ਿਟਿਵਿਟੀ ਹੈ, ਉਹ ਜੀਵਨ ਦਾ ਆਨੰਦ ਮਾਣ ਰਹੇ ਨੇ, ਉਹ ਝੌਂਪੜੀ ਵਿੱਚ ਵੀ ਖੁਸ਼ ਨੇ ਜਿਨ੍ਹਾਂ ਨੇ ਅੰਦਰ ਸਤ ਸੰਤੋਖ ਦਾ ਮਾਲ ਰੱਖਿਆ ਹੈ। ਤੇ ਉਹ ਮਹਿਲਾਂ ਦੇ ਵਿੱਚ ਵੀ ਪਰੇਸ਼ਾਨ ਨੇ ਜਿਨ੍ਹਾਂ ਨੇ ਆਪਣੇ ਅੰਦਰ ਈਰਖਾ, ਦਵੇਸ਼, ਵੈਰ ਵਿਰੋਧ, ਸੈਲਫਿਸ਼ਨੈਸ ਆਦਿ ਭਰੇ ਹੋਏ ਨੇ। ਤਾਂ ਇਹ ਪਰਖ ਹੁੰਦੀ ਹੈ, ਔਰ ਉਹਦੇ ਮੁਤਾਬਕ ਹੀ ਜੀਵਨ ਦੇ ਅੰਦਰ ਸਾਨੂੰ ਫਲ ਮਿਲਦਾ ਹੈ। ਮਹਿਲਾ ਪਹਿਲਾ, ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ। ਇਹਨੂੰ ਖੋਟੇ ਨਹੀਂ ਪੜਨਾ, ਦਲਾਵਾਂ ਲਾ ਕੇ ਖੋਟੈ। ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ। ਮਨ ਖੋਟੇ ਦਾ ਮਤਲਬ ਖੋਟੇ ਮਨ ਦੇ ਨਾਲ, ਮਨ ਖੋਟੇ ਦਾ ਮਤਲਬ ਖੋਟੇ ਮਨ ਦੇ ਨਾਲ, ਤੇ ਤਨ ਚੋਰ ਦਾ ਮਤਲਬ ਤਨ ਦੇ ਅੰਦਰ ਚੋਰ ਨੇ, ਕਾਮ, ਕ੍ਰੋਧ, ਲੋਭ ਆਦਿਕ ਅੰਦਰ ਚੋਰ ਨੇ। ਖੋਟੇ ਮਨ ਦੇ ਨਾਲ ਨਾਵਣ ਚੱਲੇ ਤੀਰਥੀ, ਤੀਰਥਾਂ ਤੇ ਨਹਾਉਣ ਦੇ ਵਾਸਤੇ ਤੁਰ ਪਏ। ਜੇ ਖੋਟੇ ਮਨ ਨਾਲ ਤੀਰਥਾਂ ਤੇ ਨਹਾਉਣ ਤੁਰ ਪਏ, ਸਰੀਰ ਵਿੱਚ ਕਾਮਾਂ ਆਦਿਕ ਚੋਰ ਵੀ ਟਿਕੇ ਹੋਏ ਹੋਣ, ਤੇ ਬੰਦਾ ਤੀਰਥਾਂ ਤੇ ਨਹਾਉਣ ਤੁਰ ਪਵੇ, ਮਨ ਦੇ ਅੰਦਰ ਖੋਟ ਹੋਵੇ, ਤਨ ਅੰਦਰ ਚੋਰ ਹੋਣ, ਭਾਵ ਤਨ ਕਰਕੇ ਕਰਮ ਵੀ ਮਾੜੇ ਹੋਣ, ਬਿਹੇਵੀਅਰ ਵੀ ਮਾੜਾ ਹੋਵੇ, ਔਰ ਮਾਨਸਿਕਤਾ ਦੇ ਅੰਦਰ ਵੀ ਖੋਟ ਹੋਵੇ, ਔਰ ਬੰਦਾ ਤੀਰਥਾਂ ਤੇ ਨਹਾਉਣ ਵਾਸਤੇ ਤੁਰ ਪਏ ਜਿਵੇਂ ਆਮ ਲੋਕ ਜਾ ਰਹੇ ਨੇ। ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਐਸ ਹੋਰ। ਇੱਕ ਭਾਉ ਦਾ ਮਤਲਬ ਇੱਥੇ ਹੈਗਾ ਭਾਗ, ਇੱਥੇ ਭਾਉ ਦਾ ਮਤਲਬ ਹੈ ਹਿੱਸਾ, ਭਾਗ। ਇੱਥੇ ਭਾਉ ਦਾ ਮਤਲਬ ਪ੍ਰੇਮ ਨਹੀਂ ਹੈ, ਨਾ ਇੱਥੇ ਭਾਉ ਦਾ ਮਤਲਬ ਪ੍ਰੇਮ, ਨਾ ਡਰ। ਇੱਥੇ ਭਾਉ ਦਾ ਮਤਲਬ ਹੈ ਭਾਗ, ਹਿੱਸਾ। ਇੱਕ ਭਾਉ ਲੱਥੀ ਨਾਤਿਆਂ, ਲੱਥੀ ਦਾ ਮਤਲਬ ਮੈਲ ਲੈ ਗਈ, ਦੋਏ ਭਾ ਦਾ ਮਤਲਬ ਦੋ ਹਿੱਸੇ ਹੋਰ ਮੈਲ ਚੜ ਗਈ। ਨਹਾਉਣ ਨਾਲ ਇੱਕ ਹਿੱਸਾ ਮੈਲ ਲੈ ਗਈ। ਇੱਕ ਹਿੱਸਾ ਮੈਲ ਕਿਹੜੀ ਲੈ ਗਈ? ਇਹ ਨਹੀਂ ਕਿ ਪਾਪਾਂ ਦੀ ਮੈਲ ਲੈ ਗਈ। ਤੀਰਥ ਦੇ ਵਿੱਚ ਨਹਾਉਣ ਦੇ ਨਾਲ ਇੱਕ ਹਿੱਸੇ ਦੀ ਮੈਲ ਲੈ ਗਈ, ਸਰੀਰ ਦੀ ਮੈਲ ਲੈ ਗਈ। ਦੋ ਹਿੱਸੇ ਨਾ, ਇੱਕ ਮਨ ਔਰ ਇੱਕ ਤਨ, ਦੋ ਹਿੱਸੇ ਨੇ ਸਾਡੇ ਜੀਵਨ ਦੇ। ਇੱਕ ਭਾਉ ਲੱਥੀ ਨਾਤਿਆਂ,
ਨਹਾਣ ਦੇ ਨਾਲ ਇੱਕ ਹਿੱਸੇ ਦੀ ਮੈਲ ਲੈ ਗਈ, ਸਰੀਰ ਦੀ ਮੈਲ ਲੈ ਗਈ। ਪੈਦਲ ਗਏ ਸੀ, ਪਸੀਨਾ ਆਇਆ ਸੀ, ਘੱਟਾ ਮਿੱਟੀ ਪਿਆ ਸੀ, ਜਾ ਕੇ ਤੀਰਥ ਦੇ ਵਿੱਚ ਨਹਾਤੇ, ਐਨ ਇੱਕ ਵਾਰੀ ਠੰਡੇ ਠਾਰ ਹੋ ਗਏ, ਸਰੀਰ ਦਾ ਮਿੱਟਾ ਘੱਟਾ ਜਿਹੜਾ ਸੀ ਉਹ ਉਤਰ ਗਿਆ, ਪਸੀਨਾ ਉਤਰ ਗਿਆ। ਦੋਏ ਭਾਅ ਚੜੀ ਇਸ ਹੋਰ, ਤੇ ਦੂਜੇ ਭਾਅ ਵਿੱਚ, ਦੂਜੇ ਹਿੱਸੇ ਵਿੱਚ ਮਨ ਦੇ ਅੰਦਰ ਦੂਣੀ ਮੈਲ ਹੋਰ ਚੜ ਗਈ। ਹੰਕਾਰ ਹੋ ਗਿਆ ਕਿ ਮੈਂ ਤੇ ਹੁਣ ਤੀਰਥਾਂ ਤੇ ਨਾਲ ਲਿਆ, ਮੈਂ ਤੇ ਐਤਕੀ 11ਵੀਂ ਤੀਰਥ ਯਾਤਰਾ ਤੇ ਆਇਆ ਤੇ ਸਾਡੇ ਗੁਆਂਢੀ ਉਹ ਕਦੇ ਆਏ ਨਹੀਂ, ਉਹ ਨਕੰਮੇ। ਹੋਰ ਹੰਕਾਰ ਚੜ ਗਿਆ, ਮਨ ਅੰਦਰ ਖੋਟ ਸੀ, ਤਨ ਕਰਕੇ ਮਾੜੇ ਕਰਮ ਕਰਦਾ ਸੀ, ਤਨ ਦੀ ਮੈਲ ਉਤਰ ਗਈ ਇੱਕ ਹਿੱਸੇ ਦੀ, ਤੇ ਦੂਜਾ ਹਿੱਸਾ ਜਿਹੜਾ ਮਨ ਸੀ ਉੱਥੇ 2 ਗੁਣੀ ਮੈਲ ਹੋਰ ਹੰਕਾਰ ਦੀ ਚੜ ਗਈ, ਈਗੋ ਹੋਰ ਪੈਦਾ ਹੋ ਗਈ। ਹੁਣ ਅਗਲਾ ਬਚਨ ਕਰਦੇ ਨੇ, ਬਾਹਰ ਧੋਤੀ ਤੂੰਮੜੀ, ਅੰਦਰ ਵਿਸ਼ ਨਿਕੋਰ। ਇੱਥੇ ਵਿਸ਼ ਦਾ ਮਤਲਬ ਹੈ ਜ਼ਹਿਰ, ਨਿਕੋਰ ਦਾ ਮਤਲਬ ਨਿਰੋਲ, ਤੂੰਮੜੀ ਦਾ ਮਤਲਬ ਤੁੰਮੀ। ਇਹਦਾ ਤੁੰਮੀ ਵਾਲਾ ਹਾਲ ਹੋਇਆ, ਜਿਵੇਂ ਤੁੰਮੀ ਨੂੰ ਬਾਹਰੋਂ ਧੋ ਲਿਆ ਚੰਗੀ ਤਰ੍ਹਾਂ ਮਲ ਮਲ ਕੇ, ਹੁਣ ਤੁੰਮੀ ਬਾਹਰੋਂ ਧੋਤੀ ਗਈ, ਅੰਦਰ ਵਿਸ਼ ਨਿਕੋਰ, ਅੰਦਰ ਉਹਦੇ ਕੋਰੀ ਜ਼ਹਿਰ ਹੈ। ਉਸੇ ਤਰ੍ਹਾਂ ਤੁੰਮੀ ਦਾ ਮਤਲਬ ਹੁੰਦਾ ਕੌੜਾ ਕੱਦੂ। ਕੌੜਾ ਕੱਦੂ ਤੁਸੀਂ ਦੇਖਿਆ ਹੋਵੇਗਾ, ਉਹ ਅੱਗੋਂ ਥੋੜਾ ਜਿਹਾ ਗੋਲ ਜਿਹਾ ਹੁੰਦਾ, ਭਾਰਾ ਜਿਹਾ, ਥੋੜਾ ਪਿੱਛੇ ਲੰਬਾਈ ਹੁੰਦੀ, ਉਹਨੂੰ ਤੁੰਮੀ ਕਹਿੰਦੇ ਨੇ। ਉਹ ਤੁੰਮੀ ਜਿਹੜੀ ਨਾ ਕੌੜੀ ਹੁੰਦੀ ਹੈ। ਹੁਣ ਤੁੰਮੀ ਕੌੜਾ ਕੱਦੂ ਜਿਹੜਾ ਹੈ ਉਹਦੇ ਵਾਲੀ ਹਾਲਾਤ ਬਣੀ ਵੀ ਉਸ ਤੁੰਮੀ ਨੂੰ ਬਾਹਰੋਂ ਧੋ ਲਿਆ ਚੰਗੀ ਤਰ੍ਹਾਂ, ਤੇ ਤੁੰਮੀ ਨੂੰ ਹੁਣ ਬਾਹਰੋਂ ਤੁਸੀਂ 10 ਵਾਰੀ ਧੋ ਲਓ, 20 ਵਾਰੀ ਧੋ ਲਓ, ਤੀਰਥਾਂ ਤੇ ਜਾ ਕੇ ਧੋ ਕੇ ਆਇਆ, 68 ਤੀਰਥਾਂ ਦੇ ਵਿੱਚ ਤੁੰਮੀ ਨੂੰ ਟੁੱਬੀਆਂ ਲਵਾ ਕੇ ਲੈ ਆਓ, ਔਰ ਘਰ ਆ ਕੇ ਚੀਰ ਕੇ ਸਬਜ਼ੀ ਬਣਾਓ ਕਿ ਸਬਜ਼ੀ ਮਿੱਠੀ ਬਣੇਗੀ, ਕੌੜੀ ਬਣੇਗੀ ਨਾ। ਇਸੇ ਤਰ੍ਹਾਂ ਇਹ ਸਰੀਰ ਨੂੰ 68 ਤੀਰਥਾਂ ਤੇ ਨਹਾ ਲਿਆਓ, ਜਿੱਥੇ ਮਰਜ਼ੀ ਟੁੱਟੀਆਂ ਲਗਾ ਲਓ, ਬਾਹਰ ਦੀ ਮੈਲ ਉਤਰ ਜਾਏਗੀ ਨਹਾਣ ਨਾਲ, ਲੇਕਿਨ ਅੰਦਰ ਤੇ ਕੌੜੀ ਜ਼ਹਿਰ, ਨਿਕੋਰ ਜ਼ਹਿਰ, ਈਰਖਾ, ਦਵੇਸ਼, ਵੈਰ, ਵਿਰੋਧ। ਔਰ ਦੇਖ ਲਓ ਹਾਲ, ਆਮ ਦੁਨੀਆ ਦਾ ਹਾਲ ਦੇਖ ਲਓ। ਜੇਕਰ ਤੀਰਥਾਂ ਤੇ ਨਹਾਣ ਦੇ ਨਾਲ ਅੰਦਰ ਦੀ ਮੈਲ ਉਤਰਦੀ ਹੁੰਦੀ ਤਾਂ ਹਿੰਦੁਸਤਾਨ ਦੁਨੀਆ ਦਾ ਸਭ ਤੋਂ ਇਮਾਨਦਾਰ ਦੇਸ਼ ਹੋਣਾ ਚਾਹੀਦਾ ਸੀ, ਸਭ ਤੋਂ ਇਮਾਨਦਾਰ, ਕਿਉਂਕਿ ਉੱਥੇ ਸਭ ਤੋਂ ਜ਼ਿਆਦਾ ਲੋਕ ਤੀਰਥਾਂ ਤੇ ਇੰਡੀਆ ਦੇ ਵਿੱਚ ਨਹਾਉਂਦੇ ਨੇ। ਔਰ ਜੇ ਇੰਡੀਆ ਨੂੰ ਇਸ਼ਨਾਨ ਪ੍ਰਧਾਨ ਦੇਸ਼ ਕਿਹਾ ਜਾਏ ਤਾਂ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੋਏਗੀ। ਇਸ਼ਨਾਨ ਪ੍ਰਧਾਨ, ਸਵੇਰੇ ਉੱਠ ਕੇ ਲੋਕ ਸਾਰੇ ਨਹਾਉਂਦੇ ਨੇ। ਇਹਨਾਂ ਦੇਸ਼ਾਂ ਵਿੱਚ ਨਾ ਵੀ ਨਹਾਣ ਤਾਂ ਵੀ ਕੰਮ ਚੱਲਦਾ ਹੈ, ਲੇਕਿਨ ਉੱਥੇ ਹਰ ਬੰਦਾ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਹੈ। ਤੀਰਥਾਂ ਤੇ ਵੱਖਰਾ ਨਹਾਉਂਦੇ ਨੇ, ਘਰਾਂ ਵਿੱਚ ਵੱਖਰਾ ਨਹਾਉਂਦੇ। ਇਸ਼ਨਾਨ ਪ੍ਰਧਾਨ ਦੇਸ਼ ਹੈ। ਜੇ ਕੋਈ ਨਾ ਨਹਾਏ ਤੇ ਉਹਨੂੰ ਲੋਕ ਸਮਝਦੇ ਨੇ ਚੰਗਾ ਹੈ ਨਹੀਂ, ਸਵੇਰੇ ਉੱਠ ਕੇ ਨਹਾਉਂਦਾ ਹੀ ਨਹੀਂ। ਮੇਰਾ ਮਤਲਬ ਇਹ ਨਹੀਂ ਕਿ ਨਹੀਂ ਨਹਾਉਣਾ ਚਾਹੀਦਾ, ਮੇਰਾ ਮਤਲਬ ਇਹ ਹੈ ਕਿ ਨਹਾਣ ਦੇ ਨਾਲ ਮਨ ਦੀ ਮੈਲ ਦੂਰ ਨਹੀਂ ਹੁੰਦੀ। ਜੇ ਤੀਰਥਾਂ ਤੇ ਨਹਾਤਿਆਂ ਮਨ ਦੀ ਮੈਲ ਦੂਰ ਹੁੰਦੀ ਤਾਂ ਇੰਡੀਆ ਦੁਨੀਆ ਦਾ ਸਭ ਤੋਂ ਇਮਾਨਦਾਰ ਦੇਸ਼ ਹੋਣਾ ਚਾਹੀਦਾ ਸੀ। ਉੱਥੇ ਇੱਕ ਵੀ ਬੇਈਮਾਨ ਨਹੀਂ ਸੀ ਹੋਣਾ ਚਾਹੀਦਾ, ਲੇਕਿਨ ਸਗੋਂ ਇਸ ਤੇ ਉਲਟ ਹੈ। ਉੱਥੇ ਤਾਂ ਤੀਰਥਾਂ ਦੇ ਉੱਤੇ ਬੈਠੇ ਹੋਏ ਜੋ ਧਾਰਮਿਕ ਪੁਜਾਰੀ ਨੇ, ਉਹ ਚਾਹੇ ਕਿਸੇ ਵੀ ਧਰਮ ਵਰਗ ਦੇ ਨੇ, ਉਹਨਾਂ ਜਿੰਨਾ ਹੇਰਾਫੇਰੀ ਕਿਤੇ ਵੀ ਨਹੀਂ ਹੈ। ਸਭ ਤੋਂ ਜ਼ਿਆਦਾ ਹੇਰਾਫੇਰੀਆਂ, ਅੰਧ ਵਿਸ਼ਵਾਸ ਉਹਨਾਂ ਨੇ ਫੈਲਾਏ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੁੰਬੜੀ ਵਾਲੀ ਹਾਲਤ ਹੋ ਗਈ ਨਾ। ਅਖੀਰ ਵਿੱਚ ਕਹਿੰਦੇ ਨੇ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਸਾਧ ਦਾ ਮਤਲਬ ਇੱਥੇ ਕੋਈ ਚੋਲੇ ਵਾਲਾ ਬਾਬਾ ਨਹੀਂ, ਸਾਧ ਦਾ ਮਤਲਬ ਭਲੇ ਮਨੁੱਖ, ਸਚਿਆਰ ਮਨੁੱਖ। ਆਪਾਂ ਬੇਨਤੀ ਮੈਂ ਕੀਤੀ ਸੀ ਨਾ, ਗੁਰੂ ਨਾਨਕ ਦੇਵ ਨੇ ਸ਼ਬਦ ਵਰਤਿਆ ਹੈ ਸਚਿਆਰ। ਉਹ ਸਚਿਆਰ ਵਾਸਤੇ ਹੀ ਸ਼ਬਦ ਆਸ਼ਿਕ ਵੀ ਵਰਤਿਆ ਹੈ, ਗੁਰਮੁਖ ਵੀ ਵਰਤਿਆ ਹੈ, ਸਿੱਖ, ਸਿੱਖੜਾ, ਗੁਰਸਿੱਖੜਾ ਵੀ ਵਰਤਿਆ ਹੈ, ਜਨ ਵੀ ਵਰਤਿਆ ਹੈ, ਸਾਧ ਸੰਤ ਵੀ ਵਰਤਿਆ ਹੈ। ਔਰ ਉਸੇ ਸਚਿਆਰ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਸ਼ਬਦ ਖਾਲਸਾ ਵਰਤ ਰਹੇ ਨੇ। ਭਗਤ ਕਬੀਰ ਜੀ ਵੀ ਖਾਲਸਾ ਸ਼ਬਦ ਵਰਤਦੇ ਨੇ, ਕਹੋ ਕਬੀਰ ਜਨ ਪੈ ਖਾਲਸੇ। ਇਹ ਸਚਿਆਰ ਵਾਸਤੇ ਹੈ, ਜੋ ਹੁਕਮ ਰਜ਼ਾ ਦੇ ਅੰਦਰ ਚੱਲਣ ਵਾਲਾ ਹੈ। ਸਾਧ ਭਲੇ ਅਣਨਾਤਿਆਂ, ਹੁਕਮ ਦੇ ਅੰਦਰ ਜ਼ਿੰਦਗੀ ਗੁਜ਼ਾਰਨ ਵਾਲੇ ਜੋ ਭਲੇ ਪੁਰਸ਼ ਸਚਿਆਰ ਨੇ, ਉਹ ਬਿਨਾਂ ਨਹਾਣ ਤੋਂ ਵੀ, ਤੀਰਥਾਂ ਤੇ ਨਹਾਣ ਤੋਂ ਬਿਨਾਂ ਵੀ ਚੰਗੇ ਹੀ ਨੇ, ਭਲੇ ਨੇ, ਸੱਚੇ ਨੇ, ਅੰਦਰੋਂ ਬਾਹਰੋਂ ਇੱਕ ਨੇ। ਚੋਰ ਸੇ ਚੋਰਾ ਚੋਰ, ਚੋਰ ਸੇ ਚੋਰਾ ਚੋਰ ਦਾ ਮਤਲਬ ਜਿਹੜੇ ਉਹ ਚੋਰ ਨੇ, ਉਹ ਤੀਰਥਾਂ ਤੇ ਨਹਾ ਕੇ ਵੀ ਚੋਰ ਹੀ ਰਹਿੰਦੇ ਨੇ, ਤੀਰਥਾਂ ਤੇ ਨਹਾ ਕੇ ਵੀ ਚੋਰ ਹੀ ਰਹਿੰਦੇ ਨੇ। ਉਹਨਾਂ ਦੇ ਅੰਦਰ ਦੀ ਜੋ ਭਾਵਨਾ ਹੈ ਉਹ ਤੀਰਥਾਂ ਤੇ ਨਹਾਣ ਦੇ ਨਾਲ ਨਹੀਂ ਮਿਟਦੀ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਪਿਆਰਿਓ,
ਅਸਲੀ ਗੱਲ ਤਾਂ ਮਨ ਦੀ ਮਾਨਸਿਕਤਾ ਦੀ ਹੈ। ਮਾਨਸਿਕਤਾ ਦੇ ਅੰਦਰ ਕੀ ਹੈ, ਸੋਚ ਦੇ ਅੰਦਰ ਕੀ ਹੈ। ਜੇ ਬੰਦੇ ਦੀ ਸੋਚ ਦੇ ਅੰਦਰ ਕਾਮ ਕ੍ਰੋਧ ਲੋਭ ਨੇ, ਜੇ ਸੋਚ ਦੇ ਅੰਦਰ ਮੋਹ ਹੈ, ਸੋਚ ਅੰਦਰ ਈਰਖਾ ਦਵੇਸ਼ ਹੈ, ਸੋਚ ਅੰਦਰ ਵੈਰ ਵਿਰੋਧ ਨੇ, ਛਲ ਕਪਟ ਨੇ, ਤਾਂ ਬਾਹਰੋਂ ਜਿੰਨੇ ਮਰਜ਼ੀ ਧਾਰਮਿਕ ਕਰਮ ਕਾਂਡ ਕਰ ਲਓ, ਧਾਰਮਿਕ ਬਸਤਰ ਪਾ ਲਓ ਜਾਂ ਤੀਰਥਾਂ ਤੇ ਨਹਾ ਲਓ, ਚੋਰ ਚੋਰ ਹੀ ਰਹਿਣਗੇ। ਅਗਲਾ ਬਚਨ ਗੁਰੂ ਜੀ ਕਰ ਰਹੇ ਨੇ ਪੌੜੀ, ਆਪੇ ਹੁਕਮ ਚਲਾਏਂਦਾ ਜਗ ਧੰਧੇ ਲਾਇਆ। ਪ੍ਰਭੂ ਆਪ ਹੀ ਆਪਣਾ ਹੁਕਮ ਚਲਾ ਰਿਹਾ ਹੈ, ਭਾਵ ਕਿ ਇਸ ਜਗਤ ਦੇ ਅੰਦਰ ਰੱਬੀ ਹੁਕਮ ਔਰ ਰਜ਼ਾ ਕੰਮ ਕਰ ਰਹੀ ਹੈ। ਪੂਰਾ ਜਗਤ ਰੱਬੀ ਰਜ਼ਾ ਪਾਣੇ ਹੁਕਮ ਦੇ ਅੰਦਰ ਹੈ। ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ। ਜਗ ਧੰਦੇ ਲਾਇਆ ਔਰ ਜਗਤ ਧੰਦੇ ਵਿੱਚ ਲੱਗਾ ਹੋਇਆ ਹੈ। ਜਗਤ ਕਾਰ ਕਰ ਰਿਹਾ ਹੈ ਹੁਕਮ ਦੇ ਅੰਦਰ। ਇੱਥੇ ਹਰ ਸ਼ੈ ਹੁਕਮ ਵਿੱਚ ਹੈ। ਆਪਾਂ ਵਿਆਖਿਆ ਬਹੁਤ ਵਾਰ ਕਰ ਚੁੱਕੇ ਹਾਂ। ਚਾਹੇ ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਗ੍ਰਹਿ ਨਕਸ਼ਤਰ ਤਾਰੇ ਸਿਆਰੇ ਸਿਤਾਰੇ ਨੇ, ਪੌਣ ਪਾਣੀ ਬੈਸੰਤਰ ਹੈ, ਵਨਸਪਤੀ ਹੈ, ਪਸ਼ੂ ਪੰਛੀ ਨੇ ਜਾਂ ਮਨੁੱਖ ਮਾਤਰ ਨੇ, ਰੇਤ ਦੇ ਨਿੱਕੇ ਜਿਹੇ ਕਿਣਕੇ ਤੋਂ ਲੈ ਕੇ ਪੂਰੇ ਯੂਨੀਵਰਸ ਤੱਕ, ਨਿੱਕੇ ਜਿਹੇ ਬੈਕਟੀਰੀਏ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਇੱਥੇ ਹਰ ਸ਼ੈ ਸਿਸਟਮ ਦੇ ਅੰਦਰ ਹੈ, ਹੁਕਮ ਦੇ ਅੰਦਰ ਚੱਲ ਰਹੀ ਹੈ, ਹੁਕਮ ਦੇ ਅੰਦਰ ਕਾਰ ਕਰ ਰਹੀ ਹੈ। ਹੁਕਮ ਤੋਂ ਬਾਹਰ ਕੁਛ ਨਹੀਂ ਹੈ। ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਉਹਨੇ ਆਪ ਹੀ ਆਪਣੇ ਆਪ ਦੇ ਨਾਲ ਲਾਇਆ ਹੈ, ਰੱਬੀ ਸਿਫਤ ਸਲਾਹ ਵਿੱਚ ਲਾਇਆ ਹੈ ਜਾਂ ਰੱਬੀ ਹੁਕਮ ਦੀ ਸੂਝ ਬਖਸ਼ਿਸ਼ ਕੀਤੀ ਹੈ, ਗੁਰ ਤੇ ਸੁਖ ਪਾਇਆ। ਉਹਨਾਂ ਨੇ ਗੁਰੂ ਦੀ ਸ਼ਰਣੀ ਪੈ ਕੇ ਸੁਖ ਹਾਸਲ ਕੀਤਾ ਹੈ। ਉਹਨਾਂ ਨੇ ਸੁਖ ਹਾਸਲ ਕੀਤਾ ਹੈ ਹੁਕਮ ਵਿੱਚ ਤੁਰਨ ਦਾ, ਪ੍ਰਭੂ ਦੇ ਨਾਲ ਜੁੜਨ ਦਾ, ਗੁਰੂ ਤੋਂ। ਗੁਰ ਤੇ ਸੁਖ ਪਾਇਆ, ਉਹਨਾਂ ਨੇ ਗੁਰੂ ਤੋਂ ਸੁਖ ਪਾਇਆ ਜਿਨ੍ਹਾਂ ਨੂੰ ਆਪ ਹੀ ਉਹਨੇ ਆਪਣੇ ਨਾਲ ਲਾਇਆ ਹੋਇਆ ਹੈ। ਭਾਵ ਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਉਹ ਮਨੁੱਖ ਫਿਰ ਆਪੇ ਪ੍ਰਭੂ ਦੇ ਵਿੱਚ ਜੁੜ ਜਾਂਦੇ ਨੇ, ਉਹਦਾ ਹੀ ਰੂਪ ਹੋ ਜਾਂਦੇ ਨੇ, ਰੱਬੀ ਗੁਣਾਂ ਦੇ ਵਿੱਚ ਸਮਾਏ ਰਹਿੰਦੇ ਨੇ। ਕੌਣ? ਜੋ ਗੁਰੂ ਦੱਸੇ ਰਾਹਾਂ ਤੇ ਤੁਰਦੇ ਨੇ, ਜੋ ਗੁਰੂ ਤੋਂ ਸੂਝ ਸਮਝ, ਕਾਮਨ ਸੈਂਸ, ਵਿਵੇਕ, ਬੁੱਧ ਪ੍ਰਾਪਤ ਕਰਦੇ ਨੇ, ਗੁਰੂ ਦੀ ਮੱਤ ਦੇ ਜੋ ਧਾਰਨੀ ਹੁੰਦੇ ਨੇ, ਉਹ ਫਿਰ ਉਸ ਪ੍ਰਭੂ ਦੇ ਅੰਦਰ ਜੁੜ ਜਾਂਦੇ ਨੇ। ਦਹਿਦਿਸ ਇਹ ਮਨ ਧਾਮ ਦਾ ਗੁਰ ਠਾਕ ਰਹਾਇਆ। ਦਹਿਦਿਸ ਦਾ ਮਤਲਬ ਦਸਾਂ ਦਿਸ਼ਾਵਾਂ ਦੇ ਅੰਦਰ, ਦਸਾਂ ਦਿਸ਼ਾਵਾਂ ਦੇ ਅੰਦਰ ਇਹ ਮਨ ਧਾਮ ਦਾ ਮਤਲਬ ਇਹ ਮਨ ਦੌੜਦਾ ਹੈ। ਦਸਾਂ ਦਿਸ਼ਾਵਾਂ ਦੇ ਅੰਦਰ ਇਹ ਮਨ ਭੱਜ ਦੌੜ ਕਰਦਾ ਹੈ, ਭਾਵ ਕਿ ਮਨ ਕਿਤੇ ਟਿਕਦਾ ਨਹੀਂ ਹੈ, ਮਨ ਅੰਦਰ ਟਿਕਾਵ ਨਹੀਂ ਹੈ। ਔਰ ਹਕੀਕਤ ਹੈ ਜਦੋਂ ਅਸੀਂ ਕਿਤੇ ਚੁੱਪ ਕਰਕੇ ਇਕੱਲੇ ਬੈਠਦੇ ਹਾਂ ਨਾ, ਹੁਣ ਤਾਂ ਅਸੀਂ ਵਿਚਾਰ ਕਰ ਰਹੇ ਹਾਂ, ਸਾਡਾ ਧਿਆਨ ਵਿਚਾਰ ਵਿੱਚ ਹੈ, ਪਰ ਜਦੋਂ ਅਸੀਂ ਕਦੇ ਇਕੱਲੇ ਬੈਠੇ ਹੁੰਦੇ ਹਾਂ, ਜਦੋਂ ਅਸੀਂ ਕੋਈ ਗੱਲਬਾਤ ਜਾਂ ਕੋਈ ਕੰਮਕਾਰ ਨਹੀਂ ਕਰ ਰਹੇ, ਤਾਂ ਉਦੋਂ ਕਦੇ ਆਪਣੇ ਆਪ ਨੂੰ ਵਾਚਣ ਦਾ ਯਤਨ ਕਰਿਓ ਕਿ ਮਨ ਦੇ ਅੰਦਰ ਕਿੰਨੇ ਖਿਆਲ ਆ ਰਹੇ ਨੇ, ਚੰਗੇ ਵੀ ਆ ਰਹੇ ਨੇ, ਮਾੜੇ ਵੀ ਆ ਰਹੇ ਨੇ, ਔਰ ਜ਼ਿਆਦਾ ਜਿਹੜੇ ਵਿਚਾਰ ਨੇ ਉਹ ਨੈਗੇਟਿਵ ਹੀ ਆ ਰਹੇ ਨੇ, ਕਿਉਂਕਿ ਨੈਗੇਟਿਵਿਟੀ ਦਾ ਚਾਰਜ ਫਿਰ ਪ੍ਰਭਾਵ ਹੈ। ਮਨ ਵਿੱਚ ਕਦੇ ਇੱਕ ਵਿਚਾਰ ਆ ਰਿਹਾ ਹੈ, ਕਦੇ ਦੂਜਾ ਆ ਰਿਹਾ ਹੈ, ਤੀਜਾ ਆ ਰਿਹਾ ਹੈ, ਚੌਥਾ, ਪੰਜਵਾਂ ਆ ਰਿਹਾ ਹੈ, ਕਰੀਬ 60,000 ਵਿਚਾਰ 24 ਘੰਟੇ ਵਿੱਚ ਆ ਰਹੇ ਨੇ। ਇਸੇ ਨੂੰ ਦੌੜਨਾ ਕਹਿੰਦੇ ਨੇ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਤਾਂ ਮਨ ਵਿੱਚ ਟਿਕਾਵ ਨਹੀਂ ਹੈ। ਗੁਰ ਠਾਕ ਰਹਾਇਆ, ਠਾਕ ਦਾ ਮਤਲਬ ਰੋਕ ਕੇ, ਗੁਰੂ ਨੇ ਰੋਕ ਕੇ ਰੱਖਿਆ ਹੈ। ਰਹਾਇਆ ਦਾ ਮਤਲਬ ਰੱਖਿਆ ਹੈ। ਸ਼ਰਨ ਆਏ ਮਨੁੱਖ ਦਾ ਮਨ ਗੁਰੂ ਨੇ ਰੋਕ ਕੇ ਰੱਖਿਆ ਹੈ। ਯਾਨੀ ਜੋ ਦੌੜਦਾ ਹੋਇਆ ਮਨ ਹੈ, ਮਨ ਦੀ ਜੋ ਭਟਕਣਾ ਹੈ, ਉਹ ਮਿਟ ਸਕਦੀ ਹੈ, ਮਨ ਵਿੱਚ ਟਿਕਾਵ ਆ ਸਕਦਾ ਹੈ ਜੇ ਮਨੁੱਖ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਫਿਰ ਮਨ ਰੁਕੇਗਾ। ਹੁਣ ਸਵਾਲ ਪੈਦਾ ਹੁੰਦਾ ਕਿ ਫਿਰ ਰੁਕੇਗਾ ਕਿਵੇਂ, ਕਿੱਥੇ ਰੁਕੇਗਾ, ਕਿੱਥੇ ਟਿਕੇਗਾ, ਮਨ ਨੂੰ ਟਿਕਾਣਾ ਕਿੱਥੇ ਹੈ। ਹੁਣ ਮੈਡੀਟੇਸ਼ਨ ਕਰਾਇਆ ਜਾਂਦਾ ਨਾ ਕਿ ਧਿਆਨ ਲਾਓ, ਸਮਾਧੀ ਲਾਓ, ਮੈਡੀਟੇਸ਼ਨ, ਤੇ ਕਿੱਥੇ ਕਰੋ ਮੈਡੀਟੇਸ਼ਨ, ਮੈਡੀਟੇਟ ਕਰਨਾ ਕਿੱਥੇ ਹੈ, ਧਿਆਨ ਲਾਣਾ ਕਿੱਥੇ ਹੈ, ਉਹ ਵੀ ਤੇ ਦੱਸੋ ਨਾ। ਗੁਰੂ ਸਾਨੂੰ ਦੱਸਦਾ ਹੈ ਧਿਆਨ ਕਿੱਥੇ ਲਾਣਾ ਹੈ, ਕਿ ਕਿਵ ਸਚਿਆਰਾ ਹੋਈ ਹੈ, ਜ਼ਿੰਦਗੀ ਦਾ ਗੋਲ ਕੀ ਹੈ ਤੁਹਾਡਾ, ਧਿਆਨ ਤੇ ਗੋਲ ਤੇ ਲੱਗੇਗਾ ਨਾ। ਜੇ ਗੋਲ ਹੀ ਨਹੀਂ ਹੈ, ਧਿਆਨ ਕਿੱਥੇ। ਹੁਣ ਤੁਸੀਂ ਕਾਰ ਘਰੋਂ ਚਲਾਣੀ ਸ਼ੁਰੂ ਕਰਤੀ, ਘਰੋਂ ਕਾਰ ਕੱਢ ਲਈ, ਔਰ ਤੁਸੀਂ ਕਾਰ ਚਲਾ ਰਹੇ ਹੋ, ਔਰ ਚਲਾਈ ਜਾ ਰਹੇ ਹੋ, ਕਿੱਥੇ ਪਹੁੰਚੋਗੇ?
ਚਲਾਉਂਦੇ ਰਹੋਗੇ ਕਾਰ, ਪੈਟਰੋਲ ਮੁੱਕ ਜਾਏਗਾ, ਫਿਰ ਪਵਾ ਲਓਗੇ, ਫਿਰ ਚਲਾਉਂਦੇ ਫਿਰੋਗੇ, ਫਿਰ ਪੈਟਰੋਲ ਮੁੱਕ ਜਾਏਗਾ, ਪਹੁੰਚੋਗੇ ਕਿਤੇ ਵੀ ਨਹੀਂ। ਕਾਰਨ ਕਿ ਗੋਲ ਤੇ ਕੋਈ ਨਿਸ਼ਚਿਤ ਕੀਤਾ ਹੀ ਨਹੀਂ, ਡੈਸਟੀਨੇਸ਼ਨ ਤੇ ਹੈ ਹੀ ਨਹੀਂ ਕਿ ਜਾਣਾ ਕਿੱਥੇ। ਧਿਆਨ ਤੇ ਡੈਸਟੀਨੇਸ਼ਨ ਤੇ ਸੀ ਨਾ, ਪਹੁੰਚਣਾ ਤਾਂ ਡੈਸਟੀਨੇਸ਼ਨ ਤੇ ਸੀ। ਜਿਹਦਾ ਕੋਈ ਡੈਸਟੀਨੇਸ਼ਨ ਨਹੀਂ ਹੈ, ਸਾਰੀ ਜ਼ਿੰਦਗੀ ਉਹ ਕਾਰ ਚਲਾਈ ਫਿਰੇ, ਕਿੱਥੇ ਪਹੁੰਚੇਗਾ। ਇਸੇ ਤਰ੍ਹਾਂ ਮਨ ਭਟਕਦਾ ਰਹੇ, ਵਿਚਾਰ ਆਉਂਦੇ ਰਹਿਣ, ਤੇ ਮਨ ਤੇ ਟਿਕੇਗਾ ਹੀ ਨਹੀਂ, ਕਿਉਂਕਿ ਡੈਸਟੀਨੇਸ਼ਨ ਤੇ ਕੋਈ ਹੈ ਹੀ ਨਹੀਂ ਨਾ। ਇਸ ਲਈ ਆਪਣੀ ਜ਼ਿੰਦਗੀ ਦਾ ਗੋਲ ਬਣਾਉਣਾ ਹੈ। ਗੁਰੂ ਸਾਨੂੰ ਗੋਲ ਦਿੰਦਾ ਹੈ ਕਿ ਸਚਿਆਰ ਹੋਣਾ ਤੁਹਾਡੀ ਜ਼ਿੰਦਗੀ ਦਾ ਗੋਲ ਹੈ। ਇਸ ਤਰ੍ਹਾਂ ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਤੌਰ ਤੇ ਸਾਡਾ ਗੋਲ ਕੀ ਹੈ। ਇਸ ਸੰਸਾਰ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ, ਕੈਸਾ ਵੇਖਣਾ ਚਾਹੁੰਦੇ ਹੋ, ਤੁਸੀਂ ਕਿੱਥੇ ਖੜੇ ਹੋ, ਕਿੱਥੇ ਪਹੁੰਚਣਾ ਚਾਹੁੰਦੇ ਹੋ, ਮੈਂਟੈਲਿਟੀ कैसी है, कैसी मैंटेलिटी अपनी बनानी चाहते हो, बिहेवियर कैसा है, कैसा बनाना चाहते हो, गोल। फिर मन दौड़दा होया रुकेगा, फिर अपने गोल दे उत्ते टिकेगा। गुरु सानू गोल दिंदा है, गुरु सानू जीवन दा मनोरथ दिंदा है, ते जिन्हां दे कोल मनोरथ हुंदा है ना, उन्हां दा मन फिर इधर उधर किते दौड़दा नहीं, वो अपने गोल वल लगातार वधदे ने और वो अपने गोल दे उत्ते पहुंच जाते हैं। धार्मिक दुनिया में असीं देखते हाँ, जिन्हां लोकां दा गोल सी, उन्हां नूं ना आरे अटका सके, ना उन्हां नूं चरखड़ियां अटका सकियां, ना उन्हां दे राह दे अंदर नीहां ही स्पीड ब्रेकर बन सकियां। वो अपने गोल दे उत्ते पहुंच गए, क्योंकि गोल है ना अपनी जिंदगी दा गोल। साइंस दी दुनिया में जदों तुसीं वेखोगे तां जिन्हां ने अपना गोल बनाया, जिवें हुण बल्ब दी असीं ही गल करिए, ਉਹਦਾ गोल ਸੀ ना कि मैं बल्ब दी खोज करनी है, जगाना है। किन्नियां अड़चनां आईयां, लेकिन ਉਹਦਾ गोल है तां अपने गोल ते पहुंच गया। जो डॉक्टर, इंजीनियर, वैज्ञानिक, मनोवैज्ञानिक ने, वो क्यों डॉक्टर बन गए, क्यों मनोवैज्ञानिक बन गए? क्योंकि उन्होंने गोल से कि असीं उस जगह ते पहुंचना है, पहुंच गए। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਮਨ 10 ਦਿਸ਼ਾਵਾਂ ਦੇ ਅੰਦਰ ਦੌੜਦਾ ਹੈ, ਇਹਦੇ ਅੰਦਰ ਭਟਕਣਾ ਹੁੰਦੀ ਹੈ, ਪਰ ਜਦੋਂ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਉਸ ਨੂੰ ਰੱਬੀ ਰਜ਼ਾ ਔਰ ਰੱਬੀ ਸਿਫਤ ਸਲਾਹ ਦਾ ਗੋਲ ਬਖਸ਼ਿਸ਼ ਕਰਦਾ ਹੈ, ਫਿਰ ਉਹਦਾ ਮਨ ਕਿਤੇ ਦੌੜਦਾ ਨਹੀਂ, ਟਿਕਾਵ ਵਿੱਚ ਆ ਜਾਂਦਾ। ਨਾਵੇਂ ਨੂੰ ਸਭ ਲੋਚਦੀ ਗੁਰਮਤੀ ਪਾਇਆ। ਨਾਵੇਂ ਦਾ ਮਤਲਬ ਰੱਬੀ ਜੋ ਗੁਣ ਨੇ, ਰੱਬੀ ਜੋ ਸਿਫਤ ਸਲਾਹ ਹੈ। ਲੋਚ ਦੀ ਤਾਂ ਸਾਰੀ ਦੁਨੀਆ ਹੈ ਕਿ ਸਾਨੂੰ ਰੱਬੀ ਹੁਕਮ ਦੀ ਸਮਝ ਆ ਜਾਏ, ਅਸੀਂ ਰੱਬੀ ਗੁਣਾਂ ਨਾਲ ਜੁੜ ਜਾਈਏ, ਅਸੀਂ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਜਾਈਏ। ਇਹ ਤਾਂ ਸਾਰੀ ਦੁਨੀਆ ਲੋਚਦੀ ਹੈ। ਨਾਵੇਂ ਨੂੰ ਸਭ ਲੋਚਦੀ, ਸਾਰੀ ਲੋਕਾਈ ਲੋਚ ਰਹੀ ਹੈ। ਗੁਰਮਤੀ ਪਾਇਆ, ਪਰ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਮੱਤ ਲਿਆ, ਇਹ ਰੱਬੀ ਸਿਫਤ ਸਲਾਹ ਸਾਨੂੰ ਮਿਲਦੀ ਹੈ। ਰੱਬੀ ਹੁਕਮ ਦੀ ਸਮਝ ਗੁਰੂ ਦੀ ਮੱਤ ਤੇ ਤੁਰਿਆ ਆਉਂਦੀ ਹੈ। ਗਿਆਨ ਗੁਰੂ ਦੀ ਅਗਵਾਈ ਵਿੱਚ ਤੁਰਿਆ ਸਾਨੂੰ ਸਮਝ ਆਉਂਦੀ ਹੈ। ਗੁਰੂ ਦੀ ਮੱਤ ਰਾਹੀਂ ਅਸੀਂ ਰੱਬੀ ਹੁਕਮ ਦੀ ਸੂਝ ਪਾ ਸਕਦੇ ਹਾਂ, ਰੱਬੀ ਸਿਫਤ ਸਲਾਹ ਪਾ ਸਕਦੇ ਹਾਂ। ਤੁਰ ਲਿਖਿਆ ਮੇਟ ਨਾ ਸਕੀਐ, ਜੋ ਹਰ ਲਿਖ ਪਾਇਆ। ਧੁਰ ਦਾ ਮਤਲਬ ਧੁਰ ਤੋਂ ਜੋ ਲਿਖਿਆ ਹੈ ਉਹਨੂੰ ਮਿਟਾ ਨਹੀਂ ਸਕੀਦਾ। ਜੋ ਹਰ ਲਿਖ ਪਾਇਆ, ਜੋ ਹਰੀ ਨੇ ਲਿਖ ਕੇ ਪਾ ਦਿੱਤਾ ਹੈ, ਜੋ ਹਰੀ ਨੇ ਲੇਖ ਲਿਖ ਦਿੱਤਾ ਹੈ ਧੁਰ ਤੋਂ, ਸ਼ੁਰੂ ਤੋਂ, ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਤੇ ਇਸ ਲੇਖ ਨੂੰ ਇੰਨਾ ਕੁ ਨਾ ਸਮਝਣਾ ਵੀ ਮੇਰੇ ਮੱਥੇ ਤੇ ਰੱਬ ਨੇ ਲੇਖ ਲਿਖ ਕੇ ਪਾਇਆ, ਗੱਲ ਉਸ ਲੇਖ ਦੀ ਨਹੀਂ ਹੋ ਰਹੀ ਹੈ। ਗੱਲ ਲੇਖ ਦਾ ਮਤਲਬ ਹੈ ਹੁਕਮ, ਜੋ ਸਿਸਟਮ ਹੈ। ਜਿਵੇਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਪੜਿਆ ਸੀ ਨਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉੱਥੇ ਨਾਲ ਸ਼ਬਦ ਵਰਤਿਆ ਸੀ, ਇੱਥੇ ਧੁਰ ਸ਼ਬਦ ਵਰਤ ਰਹੇ ਨੇ। ਨਾਲ ਦਾ ਮਤਲਬ ਨਾਲ ਹੀ, ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ। ਇੱਥੇ ਧੁਰ ਦਾ ਮਤਲਬ ਸ਼ੁਰੂ ਤੋਂ, ਲਿਖਿਆ ਦਾ ਮਤਲਬ ਜੋ ਹੁਕਮ ਹੈ। ਮੇਟ ਨਾ ਸਕੀਏ ਦਾ ਮਤਲਬ ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਜਦੋਂ ਦੀ ਇਹ ਕਾਇਨਾਤ ਬਣੀ ਹੈ, ਉਦੋਂ ਤੋਂ ਨਿਯਮ ਚੱਲਿਆ ਆ ਰਿਹਾ ਨਾ ਕਿ ਬੰਦਾ ਆਕਸੀਜਨ ਨਾਲ ਜਿੰਦਾ ਰਹੇਗਾ। ਅੱਜ ਵੀ ਆਕਸੀਜਨ ਨਾਲ ਹੀ ਜਿੰਦਾ ਰਹਿਣਾ ਪੈਂਦਾ ਹੈ। ਆਉਣ ਵਾਲੇ ਟਾਈਮ ਵਿੱਚ ਵੀ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਨਹੀਂ ਰਹਿ ਪਾਵਾਂਗੇ। ਅਸੀਂ ਧਰਤੀ ਦੇ ਉੱਤੇ ਜੀ ਸਕਦੇ ਹਾਂ, ਤੇ ਜੇ ਅਸੀਂ ਮੱਛੀਆਂ ਦੀ ਤਰ੍ਹਾਂ ਪਾਣੀ ਸਮੁੰਦਰ ਵਿੱਚ ਜੀਣਾ ਚਾਹੀਏ ਤਾਂ ਨਹੀਂ ਜੀ ਪਾਵਾਂਗੇ। ਜੇ ਮੱਛੀਆਂ ਨੂੰ ਬਾਹਰ ਆਪਣੇ ਤਰ੍ਹਾਂ ਜਿੰਦਾ ਰੱਖਣਾ ਚਾਹੀਏ ਕਿ ਸਾਡੇ ਨਾਲ ਤੁਰਨ ਫਿਰਨ, ਤੇ ਐਸਾ ਨਹੀਂ ਹੋ ਪਾਏਗਾ। ਹੁਕਮ ਹੈ ਨਾ, ਧੁਰ ਲਿਖਿਆ ਮੇਟ ਨਾ ਸਕੀਏ। ਸ਼ੁਰੂ ਦਾ ਜੋ ਲੇਖ ਹੈ, ਹੁਕਮ ਹੈ, ਸ਼ੁਰੂ ਤੋਂ, ਜਦ ਤੋਂ ਕਾਇਨਾਤ ਹੋਂਦ ਵਿੱਚ ਆਈ ਹੈ,
ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਜੋ ਹਰੀ ਨੇ ਲਿਖਿਆ ਹੈ, ਲਿਖਿਆ ਦਾ ਮਤਲਬ ਜੋ ਹੁਕਮ ਬਣਾਇਆ ਹੈ, ਰੱਬੀ ਹੁਕਮ ਜੋ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ, ਜਿਹੜੇ ਹੁਕਮ ਦੇ ਅੰਦਰ ਸਾਰੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੋ ਰਿਹਾ ਹੈ, ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਉਹਦੇ ਖਿਲਾਫ ਨਹੀਂ ਜਾਇਆ ਜਾ ਸਕਦਾ। ਇਹ ਕਦੀ ਨਹੀਂ ਹੋ ਸਕਦਾ ਕਿ ਬੰਦਾ ਨੈਗੇਟਿਵ ਸੋਚੇ, ਸੋਚ ਉਹਦੀ ਨੈਗੇਟਿਵ ਹੋਵੇ ਔਰ ਰਿਜ਼ਲਟ ਉਹਦਾ ਪੋਜ਼ਿਟਿਵ ਆਵੇ, ਐਸਾ ਕਦੇ ਨਹੀਂ ਹੋਣਾ। ਬੰਦਾ ਪਾਪ ਔਰ ਅਪਰਾਧ ਕਮਾਏ ਤੇ ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਖੇੜੇ, ਆਨੰਦ, ਪ੍ਰਸੰਨਤਾ ਪੈਦਾ ਹੋਵੇ, ਡਰ ਪੈਦਾ ਨਾ ਹੋਣਾ, ਐਸਾ ਕਦੇ ਨਹੀਂ ਹੋਣਾ। ਸਿਸਟਮ ਹੈ ਨਾ, ਕਣਕ ਬੀਜੋਗੇ ਕਣਕ ਹੀ ਉਗੇਗੀ, ਜੌਂ ਕਦੇ ਵੀ ਨਹੀਂ ਉਗਣੇ। ਕਿੱਕਰ ਬੀਜ ਕੇ ਕਦੇ ਵੀ ਅੰਗੂਰ ਨਹੀਂ ਖਾਦੇ ਜਾ ਸਕਦੇ। ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ। ਹੰਢੈ ਉੱਨ ਕਤਾਏ ਦਾ, ਪਹਿੰਦਾ ਲੋੜੈ ਪੱਟ। ਭੇਡਾਂ ਦੀ ਉੱਨ ਮਨਾ ਕੇ, ਭੇਡਾਂ ਦੀ ਉੱਨ ਕਤਾ ਕੇ ਉਹਦੇ ਤੋਂ ਕਦੇ ਮਖਮਲ ਦੇ ਰੇਸ਼ਮੀ ਕੱਪੜੇ ਨਹੀਂ ਬਣਾਏ ਜਾ ਸਕਦੇ। ਭੇਡਾਂ ਦੀ ਉੱਨ ਤੋਂ ਗਰਮ ਕੱਪੜੇ ਹੀ ਬਣਨਗੇ। ਕਿੱਕਰਾਂ ਦੇ ਬੀਜ ਬੀਜ ਕੇ ਉਹਨਾਂ ਤੋਂ ਅੰਗੂਰ ਨਹੀਂ ਤੋੜੇ ਜਾ ਸਕਦੇ। ਮੰਦੇ ਕਰਮ ਕਰਕੇ ਕਦੇ ਸੁਖੀ ਔਰ ਸ਼ਾਂਤ ਨਹੀਂ ਹੋਇਆ ਜਾ ਸਕਦਾ। ਰੱਬੀ ਹੁਕਮ ਤੋਂ ਉਲਟ ਚੱਲ ਕੇ, ਰੱਬੀ ਰਜ਼ਾ ਤੋਂ ਉਲਟ ਚੱਲ ਕੇ ਕਦੇ ਵੀ ਬੰਦਾ ਪ੍ਰਭੂ ਦੀ ਅਭੇਦਤਾ ਪ੍ਰਾਪਤ ਨਹੀਂ ਕਰ ਸਕਦਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਕਦੇ ਵੀ ਉਸ ਰੱਬੀ ਹੁਕਮ ਨੂੰ ਮਿਟਾਇਆ ਨਹੀਂ ਜਾ ਸਕਦਾ। ਇਸ ਲਈ ਰੱਬੀ ਹੁਕਮ ਦੇ ਅੰਦਰ ਚੱਲ ਕੇ ਹੀ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕੀਤਾ ਜਾ ਸਕਦਾ।